ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਖਬਰ ਪੜਤਾਲ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੋਂ ਖਾਸ ਸ਼ੋਅ ਖਬਰ ਪੜਤਾਲ, ਜਿਸ ਦੇ ਵਿੱਚ ਵੱਡੇ ਅਪਡੇਟਸ ਦੇ ਉੱਤੇ ਚਰਚਾ ਕਰਦੇ ਹਾਂ। ਕਿਸਾਨ ਜਥੇਬੰਦੀਆਂ ਦੀ ਬੈਠਕ ਹੋਈ ਹੈ, ਜਿਸ ਦੇ ਵਿੱਚ ਕਿਸਾਨਾਂ ਨੇ ਅਗਲੀ ਰਣਨੀਤੀ ਤੈਅ ਕੀਤੀ ਹੈ ਕਿ ਆਖਰਕਾਰ ਕਿਸ ਤਰ੍ਹਾਂ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਇਸ ਨੂੰ ਅੱਗੇ ਵਧਾਇਆ ਜਾਣਾ। ਕੀ ਕੁਝ ਖਾਸ ਹੈ ਉਹ ਇਸ ਮੀਟਿੰਗ ਦੇ ਵਿੱਚ ਹੋਇਆ, ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ। ਤੇ ਨਾਲ ਹੀ ਕਿਸਾਨ ਜਥੇਬੰਦੀਆਂ ਤੋਂ ਬਾਅਦ ਭਾਜਪਾ ਦੇ ਹਰਿਆਣੇ ਦੇ ਸਾਬਕਾ ਮੰਤਰੀ ਨੇ, ਉਹਨਾਂ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਤੇ ਲੰਡਨ ਦੇ ਵਿੱਚੋਂ ਆਈ ਫਲਾਈਟ ਤੋਂ ਬਾਅਦ ਨਵੇਂ ਕੇਸ ਪੰਜਾਬ ਦੇ ਵਿੱਚੋਂ ਉੱਭਰੇ ਨੇ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਸੋ ਹੋਰ ਕੋਈ ਵੱਡੀਆਂ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਕਰਨੀ ਹੈ। ਪਹਿਲਾਂ ਡੱਲਾ ਜੀ ਦਾ ਸਵਾਗਤ ਕਰਦੇ ਹਾਂ, ਫਿਰ ਇੱਕ ਇੱਕ ਕਰਕੇ ਮਸਲਿਆਂ ਦੇ ਵੱਲ ਵਧਾਂਗੇ। ਬਹੁਤ ਧੰਨਵਾਦ ਜੀ ਸਾਰਿਆਂ ਦਾ, ਬਹੁਤ ਬਹੁਤ ਧੰਨਵਾਦ। ਡੱਲਾ ਜੀ, ਸਭ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਜੋ ਮੀਟਿੰਗ ਹੋਈ ਹੈ, ਕੀ ਕੁਝ ਖਾਸ ਇਸ ਮੀਟਿੰਗ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ? ਦੇਖੋ, ਕਿਸਾਨ ਜਥੇਬੰਦੀਆਂ ਦੀ ਸਿੰਘੂ ਬਾਰਡਰ ਤੇ ਮੀਟਿੰਗ ਹੋਈ ਹੈ। ਲਗਾਤਾਰ ਕਿਸਾਨ ਜਥੇਬੰਦੀਆਂ ਦੀ ਗਗਨ ਦੀ ਮੀਟਿੰਗ ਹੋ ਰਹੀ ਹੈ ਜੀ। ਭੁੱਖ ਹੜਤਾਲ ਸਾਨੂੰ ਪਤਾ ਹੈ ਲੜੀਵਾਰ ਚੱਲ ਰਹੀ ਹੈ, ਔਰ ਲਗਾਤਾਰ 11-11 ਘੰਟੇ ਬਾਅਦ ਜਿਹੜੇ ਕਿਸਾਨ ਨੇ ਉਹ ਨਵੇਂ ਭੁੱਖ ਹੜਤਾਲ ਦੇ ਵਿੱਚ ਸ਼ਾਮਲ ਹੋ ਰਹੇ ਨੇ। ਬਹੁਤ ਭਰਵਾਂ ਹੁੰਗਾਰਾ ਇਸ ਕਿਸਾਨ ਅੰਦੋਲਨ ਨੂੰ ਦੁਨੀਆ 'ਚ ਮਿਲ ਰਿਹਾ। ਹੁਣ ਜਿਹੜੀਆਂ ਤਾਜ਼ੇ ਫੈਸਲੇ ਹੋਏ ਨੇ ਉਹਨਾਂ ਦੇ ਵਿੱਚੋਂ ਦੇਖੋ, ਇੱਕ ਤਾਂ ਫੈਸਲਾ ਇਹ ਹੋਇਆ ਹੈ 23 ਦਸੰਬਰ ਨੂੰ, ਭਾਵ ਅੱਜ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ, ਔਰ 26 ਔਰ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ। ਸੋ ਉਹਨਾਂ ਦੀ ਜਿਹੜੀ ਮਿਸਾਲੀ ਕੁਰਬਾਨੀ ਹੈ ਉਹਨੂੰ ਯਾਦ ਕੀਤਾ ਜਾਣਾ ਹੈ। ਔਰ 25, 26 ਅਤੇ 27 ਦਸੰਬਰ ਨੂੰ ਹਰਿਆਣੇ ਦੇ ਵਿੱਚ ਟੋਲ ਫ੍ਰੀ ਕੀਤੇ ਜਾਣੇ ਨੇ, ਭਾਵ ਜਿਵੇਂ ਪੰਜਾਬ 'ਚ ਟੋਲ ਲੱਗਦਾ ਨਹੀਂ, ਅੱਜ ਕੱਲ੍ਹ ਟੋਲ ਫ੍ਰੀ ਕਰਾਏ ਹੋਏ ਨੇ, ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਵੀ ਜਿਹੜੇ ਟੋਲ ਨੇ ਉਹ ਫ੍ਰੀ ਕਰਾਏ ਜਾਣੇ ਨੇ। ਔਰ ਇਸ ਤੋਂ ਇਲਾਵਾ ਇਹ ਇੱਕ ਵੱਡਾ ਫੈਸਲਾ ਜਿਹੜਾ ਸਾਡੇ ਕਿਸਾਨ ਸੰਗਠਨਾਂ ਨੇ ਕੀਤਾ ਹੈ ਕਿ ਉਹ ਚਿੱਠੀ ਲਿਖਣਗੇ ਇੰਗਲੈਂਡ ਦੇ ਐਮਪੀਆਂ ਨੂੰ, ਮੈਂਬਰ ਪਾਰਲੀਮੈਂਟਾਂ ਨੂੰ, ਕਿਉਂਕਿ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਭਾਰਤ ਦੇ ਗਣਤੰਤਰ ਦਿਵਸ ਪਰੇਡ ਦੇ ਵਿੱਚ 26 ਜਨਵਰੀ ਨੂੰ ਸਾਡਾ ਗਣਤੰਤਰ ਦਿਹਾੜਾ ਹੈ, ਬੜਾ ਹੀ ਸਾਡਾ ਮਾਣ ਮੱਤਾ ਪ੍ਰੋਗਰਾਮ ਹੁੰਦਾ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ। ਉਸ ਦਿਨ ਮਹਿਮਾਨ ਦੇ ਤੌਰ ਤੇ ਆਉਣਗੇ UK ਦੇ ਪ੍ਰਾਈਮ ਮਿਨਿਸਟਰ ਜੀ। ਸੋ ਜਿਹੜੇ ਆਪ ਵੀ ਪਹਿਲਾਂ ਪੋਜ਼ਿਟਿਵ ਹੋਏ ਸੀ, ਠੀਕ ਹੋ ਗਏ ਜੀ। ਹੁਣ ਇਹ ਸਾਰੇ ਕਿਸਾਨ ਚਾਹੁੰਦੇ ਨੇ ਕਿ ਜਿਹੜੇ UK ਦੇ ਮੈਂਬਰ ਪਾਰਲੀਮੈਂਟ ਨੇ ਉਹ ਆਪਣੇ ਦੇਸ਼ ਦੀ ਪਾਰਲੀਮੈਂਟ 'ਚ ਮਸਲਾ ਲੈ ਕੇ ਜਾਣ, ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਕਹਿਣ ਵੀ ਤੁਸੀਂ ਨਾ ਜਾਓ ਗਣਤੰਤਰ ਦਿਵਸ ਦੇ ਸਮਾਗਮ ਦੇ ਵਿੱਚ, ਤਾਂ ਕਿ ਕਿਸਾਨਾਂ ਦੇ ਮਸਲੇ ਹੱਲ ਕਰਨ ਦੀ ਦਿਸ਼ਾ ਦੇ ਵਿੱਚ ਗੱਲ ਤੁਰੇ। ਦੇਖੋ, ਇਹ ਲੋਕਤੰਤਰ ਹੈ, ਡੈਮੋਕ੍ਰੇਸੀ 'ਚ, ਕਿਉਂਕਿ ਵੱਡੀ ਗਿਣਤੀ 'ਚ ਸਾਡੇ ਜਿਹੜੇ ਪੰਜਾਬ ਨਾਲ ਜੁੜੇ ਲੋਕ, ਇੰਡੀਆ ਨਾਲ ਜੁੜੇ ਲੋਕ UK 'ਚ ਨੇ, ਔਰ ਜਿਹੜੇ UK 'ਚ ਸਾਡੇ ਇੰਡੀਅਨਸ ਨੇ, ਭਾਵੇਂ ਉੱਥੋਂ ਦੇ ਸਿਟੀਜ਼ਨ ਹੋ ਗਏ ਨੇ, ਉਹ ਵੀ ਚਾਹੁੰਦੇ ਨੇ ਕਿ ਭਾਰਤ ਦੀ ਸਰਕਾਰ ਗੱਲਬਾਤ ਕਰਕੇ ਮਸਲਾ ਨਿਬੇੜੇ, ਕਿਸਾਨਾਂ ਦਾ ਮਸਲਾ ਹੱਲ ਕਰੇ। ਅਗਰ ਕਾਨੂੰਨ ਮੁਅੱਤਲ ਕੀਤੇ ਜਾ ਸਕਦੇ ਨੇ ਤੇ ਮੁਅੱਤਲ ਕਰਕੇ ਕਾਨੂੰਨ ਜਿਹੜੇ ਨਵੇਂ ਸਿਰੇ ਤੋਂ ਕਾਨੂੰਨ ਬਣਾ ਲਏ ਜਾਣ। ਕਾਨੂੰਨ ਕਿਹੜਾ ਰੱਦ ਨਹੀਂ ਹੁੰਦੇ, ਕਿੰਨੇ ਮੋਦੀ ਸਾਹਿਬ ਦੀ ਸਰਕਾਰ ਨੇ ਕਿੰਨੇ ਪੁਰਾਣੇ ਕਾਨੂੰਨ ਹੁਣ ਤੱਕ ਰੱਦ ਕਰ ਦਿੱਤੇ ਨੇ ਜਿਨ੍ਹਾਂ ਦਾ ਫਾਇਦਾ ਕੋਈ ਨਹੀਂ ਸੀ। ਸੋ ਇਹ ਕਾਨੂੰਨ ਦੇ ਵਿੱਚ ਅਗਰ ਕੁਝ ਚੰਗਿਆਈਆਂ ਵੀ ਨੇ, ਉਹ ਚੰਗਿਆਈਆਂ ਅਲੱਗ ਕੱਢ ਕੇ ਰੱਖ ਲਓ। ਜਿਹੜਾ ਨਵਾਂ ਕਾਨੂੰਨ ਬਣਾਉਣਾ, ਚੰਗਿਆਈਆਂ ਉਹ 'ਚ ਪਾ ਲਓ, ਜਿਹੜੀਆਂ ਇਹਦੀਆਂ ਬੁਰਾਈਆਂ ਨੇ ਕਾਨੂੰਨ ਰੱਦ ਕਰਕੇ ਉਹ ਬੁਰਾਈਆਂ ਖਤਮ ਕਰਕੇ ਨਵਾਂ ਕਾਨੂੰਨ ਬਣਾ ਲੈਣਾ ਚਾਹੀਦਾ। ਇਹਦੇ 'ਚ ਕੋਈ ਦੁਚਿੱਤੀ ਵਾਲੀ ਗੱਲ ਨਹੀਂ। ਜਿਵੇਂ ਤੁਸੀਂ ਗੱਲ ਕੀਤੀ ਸੀ ਚੌਧਰੀ ਬਰਿੰਦਰ ਹੁਣਾਂ ਦੀ, ਜਿਹੜੇ ਹਰਿਆਣੇ ਦੇ ਬੜੇ ਵੱਡੇ ਕਿਸਾਨ ਆਗੂ ਨੇ, ਉਹਨਾਂ ਦੇ ਪਰਿਵਾਰ ਦੇ ਵਿੱਚ ਵੀ ਛੋਟੂ ਰਾਮ ਜੀ ਸੀ, ਉਹਨਾਂ ਦੇ ਬਜ਼ੁਰਗ ਚੌਧਰੀ ਬਰਿੰਦਰ ਹੁਣਾਂ ਦੇ ਪਰਿਵਾਰ 'ਚੋਂ, ਉਹ ਬਹੁਤ ਵੱਡੇ ਕਿਸਾਨ ਆਗੂ ਸੀ। ਚੌਧਰੀ ਬਰਿੰਦਰ ਕਿਸੇ ਸਮੇਂ ਕਾਂਗਰਸ 'ਚ ਸੀ, ਫਿਰ BJP 'ਚ ਚਲੇ ਗਏ, ਮੰਤਰੀ ਬਣ ਗਏ ਇੱਕ ਵਾਰ ਜਿੱਤ ਕੇ, ਤੇ ਹੁਣ ਉਹਨਾਂ ਦਾ ਪੁੱਤਰ ਹੈ, ਜਿਹੜੇ ਉਹਨਾਂ ਦੇ ਪੁੱਤਰ ਵਿਜਿੰਦਰ ਸਿੰਘ, ਉਹ ਜਿਹੜੇ ਨੇ ਮੈਂਬਰ ਪਾਰਲੀਮੈਂਟ ਨੇ, ਚੌਧਰੀ ਬਰਿੰਦਰ ਉਹਨਾਂ ਦੇ ਪੁੱਤਰ ਨੇ ਜਿਹੜੇ, ਉਹ ਹੁਣ ਪਾਰਲੀਮੈਂਟ ਦੇ ਵਿੱਚ ਨੇ। ਇਸ ਕਰਕੇ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ, ਇੱਕ ਟੈਲੀਵਿਜ਼ਨ ਚੈਨਲ ਤੇ ਮੈਂ ਸੁਣ ਰਿਹਾ ਸੀ, ਚੌਧਰੀ ਬਰਿੰਦਰ ਬੋਲ ਰਹੇ ਸੀ ਕਿ ਕਿਸਾਨਾਂ ਦੇ ਅੰਦੋਲਨ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਕੁਝ ਸ਼ੰਕਾਵਾਂ ਤਾਂ ਖੜੀਆਂ ਹੋਈਆਂ ਨੇ, ਔਰ ਕਿਸਾਨਾਂ ਨਾਲ ਫੈਸਲਾ ਕੁੰਨ ਗੱਲ ਹੈ ਜਿਹੜੀ ਹੋਣੀ ਚਾਹੀਦੀ ਹੈ। ਅਗਰ ਇਹਨਾਂ ਕਾਨੂੰਨਾਂ ਦੇ ਵਿੱਚ ਸਰਕਾਰ ਕੋਈ ਖਾਮੀਆਂ ਦੇਖਦੀ ਹੈ ਤੇ ਕਿਸਾਨਾਂ ਨਾਲ ਫੈਸਲਾ ਕੁੰਨ ਗੱਲ ਹੋਵੇ, ਮਤਲਬ ਕਿ ਗੱਲ ਇੱਕ ਵਾਰ 'ਚ ਨਿਬੜੇ, 2 ਵਾਰ 'ਚ ਨਿਬੜੇ, ਮੀਟਿੰਗ ਕਰਕੇ, ਬੈਠਕ ਕਰਕੇ, ਗੱਲ ਲਟਕੇ ਨਾ। ਇਸ ਤਰੀਕੇ ਦੀ ਚੌਧਰੀ ਬਰਿੰਦਰ ਹੁਣਾਂ ਨੇ ਵੀ ਇੱਕ ਤਰੀਕੇ ਨਾਲ, ਦੇਖੋ ਉਹਨਾਂ ਨੂੰ ਪਤਾ ਹੈ ਚੌਧਰੀ ਬਰਿੰਦਰ ਹੁਣਾਂ ਨੂੰ ਵੀ ਉਹਨਾਂ ਦਾ ਪੁੱਤ ਹੁਣ ਮੈਂਬਰ ਪਾਰਲੀਮੈਂਟ ਹੈ, ਚੋਣਾਂ ਤਾਂ ਹੁੰਦੀਆਂ ਹੀ ਰਹਿੰਦੀਆਂ ਭਾਰਤ ਦੇ ਵਿੱਚ। ਸੋ ਉਹਨਾਂ ਨੂੰ ਇਹ ਪਤਾ ਹੈ ਕਿ ਭਵਿੱਖ ਦੀ ਸਿਆਸਤ ਅਗਰ ਉਹਨਾਂ ਦੇ ਪੁੱਤ ਨੇ ਕਰਨੀ ਹੈ, ਕਿਉਂਕਿ ਉਹ ਕਿਸਾਨੀ ਪਰਿਵਾਰ ਹੈ, ਸੋ ਉਹਨਾਂ ਨੂੰ ਕਿਸਾਨਾਂ ਦੇ ਹੱਕ 'ਚ ਵੀ ਰਹਿਣਾ ਪੈਣਾ। ਹੁਣ ਉਹਨਾਂ ਦੀ ਮਜਬੂਰੀ ਹੈ ਕਿ ਉਹ ਭਾਜਪਾ ਦੀ ਸਰਕਾਰ ਦੇ ਖਿਲਾਫ ਨਹੀਂ ਜਾ ਸਕਦੇ, ਪਰ ਹਰਿਆਣੇ 'ਚ ਮੈਂ ਇਹ ਵੀ ਅੱਜ ਦੇਖਿਆ ਗਗਨ ਜੀ ਕਿ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਬਜ਼ੁਰਗ ਨੇ,
ਜੀ ਬੜੇ ਬਜ਼ੁਰਗ ਨੇ ਸਾਡੇ, ਹੁਣ ਉੱਥੋਂ ਦੇ ਕਿਸਾਨ ਹੀ ਉਹਨਾਂ ਨੂੰ ਘੇਰਨ ਲੱਗ ਗਏ। ਬਿਲਕੁਲ। ਆ ਇੱਕ ਜਗ੍ਹਾ ਉੱਥੇ ਉਹਨਾਂ ਨੇ ਕਿਸਾਨਾਂ ਨੇ ਗੱਡੀ ਘੇਰ ਲਈ, ਹਰਿਆਣੇ ਦੇ ਕਿਸਾਨਾਂ ਨੇ ਹਰਿਆਣੇ ਦਾ ਮੁੱਖ ਮੰਤਰੀ ਘੇਰ ਲਿਆ ਜੀ। ਉੱਥੇ ਬੜਾ ਭੀੜ ਭੜੱਕਾ ਪੈ ਗਿਆ ਜੀ। ਉੱਥੇ ਬਸ ਰੱਬ ਨੇ ਸੁੱਖ ਰੱਖਿਆ, ਕੋਈ ਮਾੜੀ ਘਟਨਾ ਨਹੀਂ ਵਾਪਰੀ ਜੀ। ਹੈ ਜੀ, ਨਹੀਂ ਤਾਂ ਕੁਝ ਵੀ ਹੋ ਸਕਦਾ ਸੀ ਇਹੋ ਜਿਹੀ ਘਟਨਾ 'ਚ। ਤੇ ਇਹ ਪੰਜਾਬ ਵਾਲਿਆਂ ਨੂੰ ਖਾਲਿਸਤਾਨੀ ਕਹੀ ਜਾਂਦੇ ਸੀ ਵੀ ਪੰਜਾਬ ਦੇ ਜਿਹੜੇ ਸਮਰਥਕ ਨੇ, ਖਾਲਿਸਤਾਨੀ ਸਮਰਥਕ ਨੇ, ਇਹ ਖਾਲਿਸਤਾਨੀ ਅੰਦੋਲਨ ਹੈ। ਆ ਬੀਬੀ ਪ੍ਰਾਚੀ ਹੈ ਇੱਕ ਜੀ, ਸਾਧਵੀ ਪ੍ਰਾਚੀ ਕਹਿੰਦੇ ਨੇ ਉਹਨੂੰ। ਮੈਂ ਤਾਂ ਬੀਬੀ ਦੀ ਫੋਟੋ ਹੀ ਟੀਵੀ ਤੇ ਪਹਿਲੀ ਵਾਰ ਦੇਖੀ ਹੈ ਜੀ। ਉਹ ਬੜਾ ਬੀਬੀ ਤੇ ਖਾਜਾ ਬਿਆਨ ਦੇਈ ਜਾਂਦੀ ਹੈ, ਉਹ ਵੀ ਇਸ ਅੰਦੋਲਨ ਨੂੰ ਖਾਲਿਸਤਾਨ ਨਾਲ ਜੁੜੀ ਜਾਂਦੀ ਹੈ ਜੀ। ਇਹ ਬੀਬੀ ਪ੍ਰਾਚੀ ਇਹ ਲੋਕਾਂ ਨੂੰ ਗਿਆਨ ਦਿੰਦੇ ਨੇ। ਪਰ ਮੈਂ ਅੱਗੇ ਵੀ ਕਹਿੰਦਾ ਹੁੰਦਾ, ਇਹੋ ਜਿਹੇ ਸਾਰੇ ਵਿਅਕਤੀ ਇਕੱਠੇ ਕਰਕੇ ਨਾ ਜੀ ਸੁਪਰੀਮ ਕੋਰਟ ਨੂੰ ਕੋਈ ਹੁਕਮ ਦੇਣਾ ਚਾਹੀਦਾ। ਇਹੋ ਜਿਹੇ ਜਿਹੜੇ ਪੁੱਠੇ ਸਿੱਧੇ ਬਿਆਨ ਦਿੰਦੇ ਨੇ, ਆ ਜਿਵੇਂ ਬੀਬੀ ਆ ਫਿਲਮਾਂ ਵਾਲੀ ਆਪਣੀ ਜੀ, ਹਿਮਾਚਲ ਵਾਲੀ ਬੀਬੀ, ਉਹ ਮੈਂ ਨਾਂ ਭੁੱਲ ਗਿਆ ਉਹਦਾ, ਕੰਗਣਾ ਰਣੌਤ, ਉਹ ਵੀ ਬੀਬੀ ਪੁੱਠੇ ਪੁੱਠੇ ਬਿਆਨ ਦੇਈ ਜਾਂਦੀ ਹੈ ਕਈ ਵਾਰ। ਆ ਬੀਬੀ ਪ੍ਰਾਚੀ ਹੋ ਗਈ। ਇਹ ਸਾਰੀਆਂ ਬੀਬੀਆਂ ਨੂੰ ਕਿਸੇ ਚੰਗੇ ਪ੍ਰੋਫੈਸਰ ਕੋਲੇ ਟਿਊਸ਼ਨ ਰਖਾ ਦੇਣੀ ਚਾਹੀਦੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਖਾਲਿਸਤਾਨ, ਇਹ ਕਹਿ ਦੇਣਾ ਕਿ ਇਹ ਸਾਰੇ ਖਾਲਿਸਤਾਨੀ ਹੈ, ਇਹਦਾ ਮਤਲਬ ਕੀ ਹੈ ਜੀ। ਧੱਕੇ ਨਾਲ ਇਹਨਾਂ ਚੋਂ ਇਹ ਲੋਕ, ਜਿਹੜੇ ਲੋਕ ਖਾਲਿਸਤਾਨ ਦੀ ਮੰਗ ਹੀ ਨਹੀਂ ਕਰ ਰਹੇ, ਤੁਸੀਂ ਉਹਨਾਂ ਨੂੰ ਕਹੀ ਜਾਓ ਇਹ ਖਾਲਿਸਤਾਨੀ ਨੇ, ਇਹ ਤਾਂ ਬੜੀ ਮਾੜੀ ਗੱਲ ਹੈ ਜੀ। ਜਿਹੜੇ ਮੰਗ ਕਰਦੇ ਨੇ ਖਾਲਿਸਤਾਨ ਦੀ, ਜੀ, ਉਹਨਾਂ ਬਾਰੇ ਤੁਸੀਂ ਗੱਲ ਕਰੋ ਤੇ ਉਹ ਸਾਡੀਆਂ ਅਦਾਲਤਾਂ ਹੈਗੀਆਂ ਨੇ, ਉਹ ਅਦਾਲਤਾਂ ਤੈਅ ਕਰਨਗੀਆਂ। ਫਿਰ ਤੁਸੀਂ ਖਾਮ ਮੈਂ ਦੇਖਿਆ ਇਹ ਲੋਕ ਕੜੱਤਣ ਪੈਦਾ ਕਰਦੇ ਨੇ ਸਮਾਜ ਦੇ ਵਿੱਚ। ਸੋ ਸਵੇਰੇ ਉੱਠ ਕੇ, ਜਿਵੇਂ ਮੈਂ ਅੱਗੇ ਵੀ ਕਹਿੰਦਾ, ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਮਿੱਠਾ ਮੁੱਠਾ ਖਵਾਉਣਾ ਚਾਹੀਦਾ ਤਾਂ ਕਿ ਇਹ ਮਿੱਠੇ ਬਣੇ ਰਹਿਣ, ਸਮਾਜ 'ਚ ਕੜੱਤਣ ਪੈਦਾ ਨਾ ਕਰਨ। ਆ ਬੀਬੀ ਪ੍ਰਾਚੀ ਨੂੰ ਉੱਦਾਂ ਬਤੌਰ ਬੀਬੀ ਹੋਣ ਕਰਕੇ ਉਹਦਾ ਸਤਿਕਾਰ ਹੈ, ਪਰ ਕੰਮ ਬੀਬੀ ਪ੍ਰਾਚੀ ਨੇ ਜਿਹੜਾ ਬਿਆਨ ਦਿੱਤਾ ਹੈ, ਬੜਾ ਪੁੱਠਾ ਜਿਹਾ ਬਿਆਨ ਦਿੱਤਾ ਹੈ। ਅਸਲ 'ਚ ਇਹ ਆਪਣੇ ਜਿਹੜੇ ਇਹਨਾਂ ਦੇ ਵੱਡੇ ਲੀਡਰ ਨੇ ਨਾ ਜੀ, ਆਕਾ ਨੇ ਜਿਹੜੇ ਇਹਨਾਂ ਦੇ ਸਿਆਸੀ, ਉਹਨਾਂ ਦੀ ਅੰਨੀ ਭਗਤੀ 'ਚ ਕੁਝ ਵੀ ਬਿਆਨ ਦੇ ਜਾਂਦੇ ਨੇ। ਸੋ ਇਸ ਕਰਕੇ ਇਹਨਾਂ ਨੂੰ ਸਿਆਣੇ ਕਿਸੇ ਪ੍ਰੋਫੈਸਰ ਕੋਲੋਂ, ਕੋਈ ਰਿਟਾਇਰ ਪ੍ਰੋਫੈਸਰ ਹੋਵੇ, ਕੋਈ ਕਿਸੇ ਭਾਵੇਂ ਵਧੀਆ ਯੂਨੀਵਰਸਿਟੀ ਦਾ ਹੋਵੇ, ਇਹ ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਉਹਦੇ ਪ੍ਰੋਫੈਸਰ ਤੋਂ ਤਾਂ ਮੈਨੂੰ ਲੱਗਦਾ ਇਹਨਾਂ ਨੇ ਪੜ੍ਹਨਾ ਹੀ ਨਹੀਂ, ਇਹ ਪਹਿਲਾਂ ਹੀ ਇਲਜ਼ਾਮ ਲਾਉਂਦੇ ਰਹਿੰਦੇ ਆ। ਕੋਈ ਇਹਨਾਂ ਦੀ ਮਨਪਸੰਦ ਯੂਨੀਵਰਸਿਟੀ ਦਾ ਪ੍ਰੋਫੈਸਰ ਜਿਹੜਾ ਹੈਗਾ ਉਹ ਹਾਇਰ ਕਰ ਲਓ, ਅੰਗਰੇਜ਼ੀ 'ਚ ਹਾਇਰ ਕਹਿ ਦਿੰਦੇ ਅੱਜ ਕੱਲ੍ਹ, ਵੀ ਟੀਚਰ ਹਾਇਰ ਕਰ ਲਿਆ। ਵੈਸੇ ਟਿਊਸ਼ਨ ਉਹਨਾਂ ਤੋਂ ਪੜ੍ਹਨ ਲਾ ਦੇਣ ਇਹਨਾਂ ਨੂੰ, ਤਾਂ ਕਿ ਉਹ ਇਹਨਾਂ ਨੂੰ ਸਮਝਾ ਦੇਣ ਵੀ ਤੁਸੀਂ ਧਰਮ ਕਰਮ ਵਾਲੇ ਬੰਦੇ ਹੋ, ਤੁਸੀਂ ਧਰਮ ਦਾ ਪ੍ਰਚਾਰ ਕਰੋ। ਤੁਹਾਨੂੰ ਸਮਝ ਨਹੀਂ ਪੰਜਾਬ ਦੇ ਮੁੱਦਿਆਂ ਦੀ, ਤੁਹਾਨੂੰ ਪੰਜਾਬ ਦੀ ਖੇਤੀਬਾੜੀ ਦੀ ਸਮਝ ਨਹੀਂ। ਉਂਝ ਜੇ ਬੀਬੀ ਪ੍ਰਾਚੀ ਕਹਿੰਦੀ ਮੇਰਾ ਦਾਦਾ ਜੀ ਵੀ ਕਿਸਾਨ ਸੀ, ਸੋ ਜੇ ਦਾਦਾ ਜੀ ਕਿਸਾਨ ਸੀ ਤੇ ਦਾਦਾ ਜੀ ਦੇ ਪਿਤਾ ਜੀ ਤੋਂ ਪੁੱਛੋ ਵੀ ਕਿਸਾਨੀ ਹੁੰਦੀ ਕੀ ਹੈ, ਕਿਸਾਨੀ ਦਾ ਦਰਦ ਕੀ ਹੁੰਦਾ ਜੀ, ਹੈ ਜੀ। ਸੋ ਐਵੇਂ ਖਾਮ ਖਾਲਿਸਤਾਨੀ ਕਹਿ ਦੇਣਾ, ਇਹ ਬਹੁਤ ਗਲਤ ਪਰੰਪਰਾ ਪੈਦਾ ਹੋਈ ਹੈ। ਮੈਂ ਕਹਿੰਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਬੀਜੇਪੀ ਦੇ ਵੱਡੇ ਲੀਡਰਾਂ ਨੂੰ ਹੀ ਇਹਨਾਂ ਛੋਟੇ ਲੀਡਰਾਂ ਨੂੰ ਕਹਿ ਦੇਣਾ ਚਾਹੀਦਾ ਵੀ ਤੁਸੀਂ ਪੁੱਠੇ ਬਿਆਨ ਨਾ ਦਿਓ ਜੀ, ਹੈ ਜੀ। ਬਿਲਕੁਲ। ਸੋ ਇਹ ਸਾਰੇ ਗਲਤ ਪਾਸੇ ਜਿਹੜੇ ਬਿਆਨ ਨੇ ਇਹ ਦਿੰਦੇ ਨੇ। ਇਸੇ ਕਰਕੇ ਜਿਹੜੇ ਸਾਡੇ ਕਿਸਾਨ ਨੇ, ਦੇਖੋ ਕਿਸਾਨ ਤਾਂ ਜੰਤਰ ਮੰਤਰ ਤੇ ਚੱਲੇ ਸੀ, ਉਹਨਾਂ ਨੇ ਤਾਂ ਥਾਂ ਮੰਗੀ ਸੀ, ਫਿਰ ਕਹਿੰਦੇ ਇਹ ਦਿੱਲੀ ਧਰਨਾ ਲਾ ਕੇ ਬੈਠੇ। ਧਰਨਾ ਲਾ ਕੇ ਨਹੀਂ ਬੈਠੇ, ਇਹ ਸਰਕਾਰ ਨੇ ਰੋਕੇ ਹੋਏ ਨੇ ਤਾਂ ਬੈਠੇ ਆ। ਹੁਣ ਸਰਕਾਰ ਕਹਿੰਦੀ ਉੱਠ ਜਾਓ, ਕਹਿੰਦੇ ਅਸੀਂ ਤਾਂ ਬਹਿ ਗਏ ਜੀ। ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵੀ ਪੰਜਾਬੀਆਂ ਦਾ ਹੌਸਲਾ ਨਹੀਂ ਪਰਖੀਦਾ। ਆ ਇਹਨਾਂ ਨੇ ਪਰਖਣ ਦੀ ਕੋਸ਼ਿਸ਼ ਕੀਤੀ ਸੀ, ਆ ਮਨੋਹਰ ਲਾਲ ਖੱਟੜ ਉਹਨਾਂ ਨੇ ਆ ਸੜਕਾਂ ਪੱਟਤੀਆਂ, ਉਹ ਵੀ ਆਪਣੀਆਂ ਜੀ। ਜੇ ਪੰਜਾਬ ਵਾਲੇ ਪਾਸੇ ਆ ਕੇ ਪੱਟੀਆਂ ਹੁੰਦੀਆਂ ਗੱਲ ਵੀ ਸਮਝ ਆਉਂਦੀ ਜੀ। ਸੜਕਾਂ ਤੁਸੀਂ ਆਪਣੀਆਂ ਪੱਟੀਆਂ, ਪਾਣੀ ਦੀਆਂ ਵਿਛਾੜਾਂ ਪਾ ਕੇ ਪਾਣੀ ਆਪਣਾ ਖਰਾਬ ਕੀਤਾ, ਬੈਰੀਕੇਡ ਤੁਸੀਂ ਆਪਣੇ ਖਰਾਬ ਕਰਾ ਲਏ। ਕੀ ਮਿਲਿਆ? ਆ ਮਨੋਹਰ ਲਾਲ ਖੱਟੜ ਨੂੰ ਹੀ ਘੇਰੀ ਜਾਂਦੇ ਉੱਥੋਂ ਦੇ ਕਿਸਾਨ ਜੀ। ਹੁਣ ਦੇਖੋ ਹਰਿਆਣੇ ਵਾਲੇ ਕਿਸਾਨ ਨੇ, ਹੁਣ ਉਹਨਾਂ ਨੂੰ ਕਵੇ ਮਨੋਹਰ ਲਾਲ ਖੱਟੜ ਕੁਝ ਹੈ ਜੀ, ਭਰਿੰਡਾਂ ਵਾਂਗ ਚਿੰਬੜ ਜਾਣਗੇ। ਬਿਲਕੁਲ। ਜੋ ਪੰਜਾਬ ਦੇ ਕਿਸਾਨਾਂ ਨੂੰ ਮਨੋਹਰ ਲਾਲ ਖੱਟੜ ਜੀ ਕਹੀ ਜਾਂਦੇ ਸੀ, ਹਰਿਆਣੇ ਦੇ ਕਿਸਾਨਾਂ ਨੂੰ ਕਹਿ ਕੇ ਦੇਖੋ ਨਾ। ਸੋ ਇਹ ਅਸਲ ਦੇ ਵਿੱਚ ਸਾਡੇ ਜਿਹੜੇ ਸਿਆਸੀ ਲੀਡਰ ਨੇ ਨਾ ਜੀ, ਦੇਖੋ ਜਦੋਂ ਸਾਡਾ ਮੁਲਕ ਗੁਲਾਮ ਸੀ ਉਦੋਂ ਨੀਤੀ ਚੱਲਦੀ ਸੀ ਪਾੜੋ ਤੇ ਰਾਜ ਕਰੋ ਜੀ। ਹੁਣ ਜਿਹੜੀ ਨੀਤੀ ਚਲਾ ਰਹੇ ਨੇ ਕਈ ਲੀਡਰ ਸਾਡੇ, ਉਹ ਚਲਾ ਰਹੇ ਨੇ ਕਨਫਿਊਜ਼ ਐਂਡ ਰੂਲ ਜੀ, ਕਿ ਦੁਚਿੱਤੀ ਚ ਪਾਈ ਰੱਖੋ ਤੇ ਆਪਣਾ ਕੰਮ ਸਵਾਰੀ ਚੱਲੋ। ਕਨਫਿਊਜ਼ ਐਂਡ ਰੂਲ ਜੀ, ਇਹਦਾ ਕੋਈ ਹੋਰ ਪੰਜਾਬੀ 'ਚ ਵੀ ਵਧੀਆ ਜਿਹਾ ਤਰਜਮਾ ਆਪਾਂ ਕੱਢਾਂਗੇ ਜੀ। ਪਰ ਪੰਜਾਬ ਦੇ ਜਿਹੜੇ, ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਪੰਜਾਬ ਦੇ ਕਿਸਾਨਾਂ ਦਾ ਜਾਂ ਪੰਜਾਬੀਆਂ ਦਾ, ਭਗਤ ਸਿੰਘ ਦਾ ਹੌਸਲਾ ਪਰਖਿਆ ਕਿਸੇ ਨੇ ਹੈ ਜੀ ਜੀ। ਆ ਸਾਰੇ ਭਗਤ ਸਿੰਘ ਨੇ ਪੰਜਾਬੀ। ਤੇ ਡੱਲਾ ਜੀ, ਉਧਰ ਕਿਸਾਨੀ ਅੰਦੋਲਨ ਦੀ ਗੱਲ ਕਰੀਏ, ਇੱਕ ਪਾਸੇ ਤਾਂ ਕਿਸਾਨਾਂ ਨੂੰ ਸੱਦੇ ਪੱਤਰ ਆਈ ਜਾਂਦੇ ਨੇ, ਉਧਰ ਦੂਜੇ ਪਾਸੇ ਫਿਰ ਮੁੜ ਕੇ ਜਿਹੜੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੋਣੀ ਉਹੀ ਗੱਲ ਫਿਰ ਦੁਹਰਾਈ ਹੈ ਕਿ ਕਿਸਾਨ ਸਾਡੇ ਨਾਲ ਗੱਲ ਕਰਨ, ਅਸੀਂ ਗੱਲ ਕਰਨ ਨੂੰ ਤਿਆਰ ਹੈ, ਪਰ ਮਦਾਂ ਉਹੀ ਨੇ ਕਿ ਅਸੀਂ ਸੋਧਾਂ ਕਰ ਦਾਂਗੇ, ਰੱਦ ਕਰਨ ਦੀ ਗੱਲ ਨਹੀਂ ਹੋ ਰਹੀ। ਦੇਖੋ ਉਹ ਤਾਂ ਗੱਲ ਆਪਾਂ ਰੋਜ਼ ਕਰ ਹੀ ਰਹੇ ਹਾਂ, ਜੋ ਨਰਿੰਦਰ ਤੋਮਰ ਰੋਜ਼ ਗੱਲ ਕਹਿੰਦਾ ਹੈ। ਮੈਨੂੰ ਲੱਗਦਾ ਨਰਿੰਦਰ ਤੋਮਰ ਉਹਨਾਂ ਦੀ ਗੱਲ ਤੇ ਹੁਣ ਕੀ ਗੱਲ ਕਰੀਏ ਜੀ,
ਹਾਂਜੀ ਕੀ ਗੱਲ ਕਰੀਏ। ਸੋ ਹੁਣ ਕਿਸਾਨਾਂ ਨੇ ਕਹਿ ਹੀ ਦਿੱਤਾ, ਅੱਜ ਮੇਰਾ ਖਿਆਲ ਮੀਟਿੰਗ ਕਰ ਲੈਣਗੇ ਕਿਸਾਨ, ਅੱਜ 23 ਦਸੰਬਰ ਹੋ ਗਈ। ਅੱਜ ਕਿਸਾਨ ਕਹਿੰਦੇ ਅਸੀਂ ਮੀਟਿੰਗ ਕਰਕੇ ਲਿਖਤੀ ਤੌਰ ਤੇ ਇਹ ਅਸੀਂ ਆ ਚਿੱਠੀ ਪੱਤਰੀ ਵਾਲਾ ਕੰਡਾ ਹੀ ਕੱਢ ਦੇਣਾ ਜੀ। ਮੈਨੂੰ ਲੱਗਦਾ ਉਹਨਾਂ ਨੇ ਇਹ ਸ਼ਬਦ ਨਹੀਂ ਕਿਹਾ, ਇਹ ਸ਼ਬਦ ਮੈਂ ਕਹਿ ਰਿਹਾ ਵੀ ਮੈਨੂੰ ਲੱਗਦਾ ਅੱਜ ਉਹਨਾਂ ਨੇ ਕੰਡਾ ਹੀ ਕੱਢ ਦੇਣਾ, ਜਿਵੇਂ ਮੁਹਾਵਰਾ ਹੁੰਦਾ ਨਾ ਕੰਡਾ ਕੱਢਣਾ ਜੀ, ਵੀ ਕੋਈ ਚੀਜ਼ ਜਿਹੜੀ ਜ਼ਖਮ ਦਿੰਦੀ ਹੈ, ਨੁਕਸਾਨ ਦਿੰਦੀ ਹੈ, ਦਿੱਕਤ ਦਿੰਦੀ ਹੈ, ਉਹਨੂੰ ਖਤਮ ਕਰ ਦੇਣਾ। ਜੀ। ਅੱਜ ਕਿਸਾਨਾਂ ਨੇ ਦੱਸ ਦੇਣਾ ਵੀ ਜੇ ਸਾਡੇ ਨਾਲ ਮੀਟਿੰਗ ਕਰਨੀ ਹੈ ਤੇ ਕੀ ਕਰੋ, ਕਿਹੋ ਜਿਹੀ ਚਿੱਠੀ ਭੇਜੋ, ਚ ਕੀ ਲਿਖਿਆ ਹੋਵੇ। ਜੀ। ਕਿਉਂਕਿ ਰੋਜ਼ ਜਿਹੜੀ ਇਹ ਚਿੱਠੀ ਇਹੋ ਜਿਹੀ ਭੇਜ ਦਿੰਦੇ, ਕਦੀ ਹਿੰਦੀ ਛਾਪ ਦਿੰਦੇ, ਕਦੀ ਪੰਜਾਬੀ ਛਾਪ ਦਿੰਦੇ ਆ। ਸਾਡੇ ਤਾਂ ਕਿਸਾਨ ਅੰਗਰੇਜ਼ੀ ਪੜ੍ਹਨ ਵਾਲੇ ਨੇ ਅੱਜ ਕੱਲ੍ਹ। ਆ ਮੈਂ ਦੇਖ ਰਿਹਾ ਸੀ ਇੱਕ ਦਿਨ ਆ ਟੀਵੀਆਂ ਤੇ ਕਈ ਹੈਰਾਨ ਹੀ ਹੋਈ ਜਾਂਦੇ ਵੀ ਕਿਸਾਨ ਅੰਗਰੇਜ਼ੀ ਬੋਲੀ ਜਾਂਦੇ। ਦੱਸੋ ਜੀ, ਇਹਦਾ ਮਤਲਬ ਹੈ ਤੁਹਾਨੂੰ ਸ਼ਰਮਿੰਦਾ ਹੋਣ ਦੀ ਲੋੜ ਹੈ ਕਿ ਤੁਸੀਂ ਇਸ ਮੁਲਕ 'ਚ ਰਹਿੰਦੇ ਹੋਏ ਇਹ ਸਮਝ ਨਹੀਂ ਰੱਖਦੇ ਕਿ ਸਾਡੇ ਮੁਲਕ ਦੇ ਕਿਸਾਨ ਅੰਗਰੇਜ਼ੀ ਬੋਲਦੇ ਆ। ਬਿਲਕੁਲ। ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਵੀ ਅੰਗਰੇਜ਼ੀ ਬੋਲਦੇ ਹਾਂ, ਜਿਹੜੇ ਕਈ ਟੈਲੀਵਿਜ਼ਨਾਂ 'ਚ ਬਹਿ ਕੇ ਅੰਗਰੇਜ਼ੀ 'ਚ ਜਿਹਨੂੰ ਕਹਿੰਦੇ ਆਪਾਂ ਗੱਲਾਂ ਬਾਤਾਂ ਕਰਦੇ ਆ। ਜੀ। ਪੈਨਲਿਸਟ ਜੀ। ਪੈਨਲਿਸਟ ਇਹੋ ਜਿਹਾ ਹੀ ਕੁਝ ਕਹਿੰਦੇ ਅੰਗਰੇਜ਼ੀ 'ਚ, ਪੂਰਾ ਸ਼ਬਦ ਮੈਨੂੰ ਪਤਾ ਨਹੀਂ। ਗੁਜ਼ਾਰੇ ਲਾਇਕ ਅੰਗਰੇਜ਼ੀ ਮੈਨੂੰ ਆਉਂਦੀ ਜੀ। ਹੈ, ਗੁਜ਼ਾਰੇ ਲਾਇਕ। ਜੀ ਬਿਲਕੁਲ। ਸੋ ਡੱਲਾ ਜੀ, ਉਧਰ ਦੂਜੇ ਪਾਸੇ ਬੀਤੇ ਦਿਨ ਇੱਕ ਲੰਡਨ ਤੋਂ ਫਲਾਈਟ ਆਈ ਆ, ਜੋ ਜਿਸ ਦੇ ਆਉਣ ਤੋਂ ਬਾਅਦ ਜਦੋਂ ਅੰਮ੍ਰਿਤਸਰ ਦੇ ਵਿੱਚ ਉਹ ਫਲਾਈਟ ਰੁਕਦੀ ਹੈ ਤੇ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਉੱਥੇ ਟੈਸਟ ਕਰਨ ਦੇ ਲਈ ਰੋਕਿਆ ਜਾਂਦਾ ਹੈ ਤਾਂ ਕਈਆਂ ਦੇ ਵੱਲੋਂ ਚੀਜ਼ ਕਹੀ ਜਾਂਦੀ ਹੈ ਕਿ ਸਾਨੂੰ ਜਾਣ ਦਿਓ, 8 ਤੋਂ 10 ਘੰਟੇ ਸਾਨੂੰ ਰੋਕਿਆ ਗਿਆ ਪ੍ਰਸ਼ਾਸਨ ਦੇ ਵੱਲੋਂ। ਉਸ ਤੋਂ ਬਾਅਦ ਹੁਣ ਜਿਹੜੀ ਰਿਪੋਰਟ ਆਈ ਹੈ 8 ਦੇ ਕਰੀਬ ਪੋਜ਼ਿਟਿਵ ਰਿਪੋਰਟਾਂ ਨੇ। ਦੇਖੋ ਮੈਂ ਇਹ ਕਹਿਣਾ ਚਾਹੂੰਗਾ ਪਹਿਲਾਂ ਤਾਂ ਗਗਨ ਜੀ, ਉਹ ਇੱਕ ਨਵੀਂ ਤਰ੍ਹਾਂ ਦਾ ਕਹਿੰਦੇ ਉੱਥੇ ਇੱਕ ਵਾਇਰਸ ਆ ਗਿਆ, ਉਹਨੂੰ ਸਟ੍ਰੇਨ ਕਹਿੰਦੇ। ਮੈਂ ਥੋੜਾ ਜਿਹਾ ਸਾਦੇ ਸ਼ਬਦਾਂ 'ਚ ਵੀ ਗੱਲ ਕਰਦਾ, ਮੈਂ ਸਮਝ ਕੇ ਹਟਿਆ ਹੁਣੀ ਕਿਸੇ ਟੀਚਰ ਤੋਂ ਵੀ ਇਹ ਸਟ੍ਰੇਨ ਕੀ ਹੁੰਦਾ। ਅਸਲ 'ਚ ਇਹ ਜਿਹੜਾ ਵਾਇਰਸ ਹੈ ਨਾ ਜੀ, ਇਹ ਰੂਪ ਬਦਲਦਾ। ਇਹ ਦੇਸੀ ਭਾਸ਼ਾ 'ਚ ਕਹੀਏ ਆਪਣਾ ਰੂਪ, ਆਪਣੀ ਤਾਕਤ, ਸ਼ਕਲ ਸੂਰਤ ਬਦਲ ਲੈਂਦਾ ਹੈ। ਕਿਸੇ ਤੇ ਵੱਧ ਪ੍ਰਭਾਵੀ ਹੈ, ਕਿਸੇ ਮੁਲਕ 'ਚ ਘੱਟ ਪ੍ਰਭਾਵੀ ਹੈ। ਹੁਣ ਭਾਰਤ 'ਚ ਜਿਹੜਾ ਵਾਇਰਸ ਦਾ ਸਵਰੂਪ ਹੈ ਜਾਂ ਰੂਪ ਹੈ ਉਹ ਵੱਖਰਾ ਹੈ ਜੀ। UK 'ਚ ਵੱਖਰਾ ਹੈ, ਚੀਨ 'ਚ ਵੱਖਰਾ ਸੀ। ਜਿਹੜਾ ਯੂਰਪ 'ਚ ਵਾਇਰਸ ਸੀ ਨਾ ਜੀ, ਉਹਦਾ ਸਵਰੂਪ ਜਾਂ ਰੂਪ ਚੀਨ ਵਾਲੇ ਨਾਲੋਂ ਬਦਲ ਗਿਆ ਸੀ, ਵੱਖਰਾ ਹੋ ਗਿਆ ਸੀ ਜੀ। ਹੁਣ ਉਹ ਕਹਿੰਦੇ ਨਵਾਂ ਸਟ੍ਰੇਨ, ਮਤਲਬ ਉਹਨੇ ਹੁਣ ਲੰਡਨ ਦੇ ਵਿੱਚ ਫੇਰ ਆਪਣਾ ਰੂਪ ਬਦਲ ਲਿਆ ਜੀ। ਰੂਪ ਬਦਲ ਲਿਆ ਮਤਲਬ ਕਿ ਉਹਦਾ ਜਿਹੜਾ ਜਦੋਂ ਉਹਦਾ ਸਵਰੂਪ ਰੂਪ ਬਦਲ ਗਿਆ ਹੈ ਜੀ, ਤੇ ਉਹਦਾ ਅਸਰ ਬਦਲ ਗਿਆ। ਹੁਣ ਉਹ ਨੁਕਸਾਨ ਘੱਟ ਕਰੂਗਾ, ਵੱਧ ਕਰੂਗਾ, ਕਿੰਨਾ ਕੁ ਕਰੂਗਾ, ਉਹਦੇ ਤੇ ਖੋਜ ਹੋਊਗੀ। ਜਿਵੇਂ ਆਪਾਂ ਇੱਥੇ ਸਬਜ਼ੀਆਂ ਨੂੰ ਕਹਿੰਦੇ ਆ ਵੀ ਸਬਜ਼ੀ ਰੰਗ ਬਦਲ ਗਈ ਹੈ ਜੀ। ਅੰਬ, ਮਿੱਠੇ ਅੰਬ ਦੀ ਸਾਨੂੰ ਵੱਖਰੀ ਪਛਾਣ ਹੁੰਦੀ, ਜਿਹੜਾ ਹਰਾ ਹੈ ਅਸੀਂ ਕਹਿੰਦੇ ਆ ਖੱਟਾ ਹੀ ਹੋਣਾ ਜੀ, ਜਿਹੜਾ ਹਜੇ ਕੱਚਾ ਹੁੰਦਾ ਹੈ ਜੀ। ਜਦੋਂ ਪੱਕ ਜਾਂਦਾ ਅੰਬ ਸਾਨੂੰ ਦੇਖ ਕੇ ਪਤਾ ਲੱਗ ਜਾਂਦਾ ਵੀ ਇਹ ਮਿੱਠਾ ਹੋਣਾ ਜੀ। ਇਸੇ ਤਰ੍ਹਾਂ ਜਿਹੜੇ ਵਾਇਰਸ ਨੇ ਉਹ ਸਵਰੂਪ ਰੂਪ ਬਦਲਦੇ ਆ। ਡਾਕਟਰ ਐਕਸਪਰਟ ਸਮਝ ਜਾਂਦੇ ਆ ਵੀ ਇਹ ਘੱਟ ਖਤਰਨਾਕ ਹੋਊਗਾ ਜਾਂ ਵੱਧ ਖਤਰਨਾਕ ਹੋਊਗਾ, ਉਹ ਖੋਜ ਤੋਂ ਪਤਾ ਲੱਗੂਗਾ ਜੀ। ਹੁਣ ਉਹ ਸਟ੍ਰੇਨ ਮਤਲਬ ਉਹ ਰੂਪ ਬਦਲਿਆ, ਉਹਨੂੰ ਸਟ੍ਰੇਨ ਕਹਿੰਦੇ ਆ ਜੀ। ਹੁਣ ਜਿਹੜੀ 31 ਦਸੰਬਰ ਤੱਕ ਬੰਦ ਕਰਤੀਆਂ ਭਾਰਤ ਨੇ ਸਾਰੀਆਂ ਫਲਾਈਟਾਂ ਜੀ। ਸਾਡੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਹਿਤਾ ਵੀ 31 ਦਸੰਬਰ ਤੱਕ ਕੋਈ ਜਹਾਜ਼ ਨਹੀਂ ਆਊਗਾ ਇੰਡੀਆ 'ਚ, ਭਾਵ ਹੁਣ ਉੱਥੋਂ ਯਾਤਰੀ ਨਹੀਂ ਆਉਣਗੇ। ਜਦੋਂ ਇਹ ਫੈਸਲਾ ਹੋਇਆ ਤੇ ਲਾਗੂ ਕੀਤਾ, ਇੰਨੇ ਸਮੇਂ 'ਚ ਇੱਕ ਜਹਾਜ਼ ਉੱਥੋਂ ਉਡਾਨ ਭਰ ਗਿਆ UK ਤੋਂ। ਉਹ ਫਿਰ ਅੰਮ੍ਰਿਤਸਰ ਲੈਂਡ ਹੋਇਆ, ਉਹਦੇ 'ਚ 264 ਸਾਡੀਆਂ ਸਵਾਰੀਆਂ ਸੀਗੀਆਂ। ਹੁਣ ਉਹ ਜਿਹੜੇ ਉਤਰੇ ਉਹ ਕਹਿੰਦੇ, ਉਹਨਾਂ 'ਚੋਂ ਕਈ ਕਹਿੰਦੇ ਅਸੀਂ ਤਾਂ ਟੈਸਟ ਕਰਾ ਕੇ ਆਏ ਹਾਂ ਜੀ। ਹੁਣ RT-PCR ਟੈਸਟ ਹੁੰਦਾ ਇੱਕ ਜੀ। RT-PCR ਸ਼ਬਦ ਕੋਈ ਗਲਤ ਹੋਇਆ ਤਾਂ ਮੈਂ ਮਾਫੀ ਚਾਹੂੰਗਾ, ਕਿਉਂਕਿ ਮੈਂ ਇਹ ਪੜ੍ਹ ਕੇ ਆਇਆ ਸ਼ਬਦ। RT-PCR ਟੈਸਟ ਹੁੰਦਾ, ਕਹਿੰਦੇ 23-24 ਘੰਟੇ ਲੱਗਦੇ ਰਿਪੋਰਟ ਆਉਣ ਨੂੰ ਗਗਨ ਜੀ। ਟੈਸਟ ਕੀਤਾ ਜਾਂਦਾ ਤੇ ਇਹ ਯਾਤਰੀਆਂ ਨੂੰ ਨਿਸ਼ਚਿਤ ਤੌਰ ਤੇ ਫਿਰ ਜਦ ਤੱਕ ਰਿਪੋਰਟ ਨਹੀਂ ਆ ਜਾਂਦੀ ਉਹਨਾਂ ਨੂੰ ਉੱਥੇ ਰੱਖਣਾ ਪੈਣਾ ਸੀ। ਇਹ ਯਾਤਰੀ ਬੜੇ ਪਰੇਸ਼ਾਨ ਹੋਏ। ਆਪਾਂ ਗੱਲ ਇਹਨਾਂ ਦੀ ਸਮਝਦੇ ਹਾਂ ਕਿਉਂਕਿ ਲਗਾਤਾਰ 에ਅਰਪੋਰਟ ਤੇ ਰਹਿਣਾ 23-24 ਘੰਟੇ ਔਖਾ ਹੁੰਦਾ ਜੀ, ਹਾਂਜੀ। ਸੋ ਇਸ ਕਰਕੇ ਉਹ ਯਾਤਰੀ ਬੜੇ ਨਾਰਾਜ਼ ਹੋਏ। ਉਹ ਕਹਿੰਦੇ ਜੀ 13-13 14-14 ਘੰਟੇ ਹੋ ਗਏ। ਸਰਕਾਰ ਕਹਿੰਦੀ 24 ਘੰਟੇ ਦਾ ਕੰਮ ਟੈਸਟ ਦਾ ਅਸੀਂ 13 ਘੰਟੇ 'ਚ ਨਿਬੇੜਿਆ ਜੀ, ਤਾਂ ਕਿ ਸਾਡੇ ਯਾਤਰੀ ਪਰੇਸ਼ਾਨ ਨਾ ਹੋਣ। ਹੁਣ ਇਹਨਾਂ ਦੇ ਵਿੱਚੋਂ ਇਹ ਸਾਰੇ, ਇਹਨਾਂ 'ਚੋਂ ਕਈ ਕਹਿੰਦੇ ਸੀ ਅਸੀਂ ਤਾਂ ਟੈਸਟ ਕਰਾਏ ਆ ਜੀ, ਅਸੀਂ ਬਿਲਕੁਲ ਠੀਕ ਹਾਂ ਜੀ। ਫਿਰ ਵੀ ਇਹਨਾਂ 'ਚੋਂ 8 ਪੋਜ਼ਿਟਿਵ ਨਿਕਲਿਆ ਜੀ। ਦੇਖੋ ਜੀ, ਮੀਡੀਆ ਤੇ ਰਿਪੋਰਟਾਂ ਆ ਰਹੀਆਂ ਨੇ 8 ਪੋਜ਼ਿਟਿਵ ਨਿਕਲੇ ਉਹਨਾਂ 'ਚੋਂ। ਹੁਣ ਇਹ 8 ਪੋਜ਼ਿਟਿਵ ਕਿਹੜੇ ਨਿਕਲੇ ਨੇ? RT-PCR ਟੈਸਟ 'ਚ 8 ਪੋਜ਼ਿਟਿਵ ਨਿਕਲੇ ਜੀ। ਹੁਣ ਇਹਨਾਂ ਦਾ ਅੱਗੇ ਇੱਕ ਹੋਰ ਐਡਵਾਂਸ ਟੈਸਟ ਕੀਤਾ ਜਾਣਾ, ਜਿਹਦੇ 'ਚੋਂ ਇਹ ਪਤਾ ਲੱਗੂਗਾ ਕਿ ਇਹ ਜਿਹੜਾ ਲੰਡਨ ਦੀਆਂ ਗੱਲਾਂ ਹੋ ਰਹੀਆਂ ਨੇ ਵੀ ਉੱਥੇ ਸਟ੍ਰੇਨ ਵਾਇਰਸ ਆ ਗਿਆ ਜੀ, ਸਟ੍ਰੇਨ ਬਦਲੇ ਹੋਏ ਰੂਪ ਦਾ ਵਾਇਰਸ ਆ ਗਿਆ। ਹੁਣ ਇਹਨਾਂ 'ਚ ਇਹ ਟੈਸਟ ਕੀਤਾ ਜਾਊਗਾ ਇਹਨਾਂ ਲੋਕਾਂ 'ਚ ਕਿ ਇਹਨਾਂ 'ਚ ਪਹਿਲਾਂ ਵਾਲੇ ਰੂਪ ਦਾ ਵਾਇਰਸ ਹੈ ਜਾਂ ਇੰਡੀਆ ਵਾਲੇ ਰੂਪ ਦਾ ਵਾਇਰਸ ਹੈ ਜਾਂ UK ਵਾਲੇ UK ਵਾਲਾ ਵਾਇਰਸ ਹੈ ਜੀ, ਪੁਰਾਣਾ ਵਾਇਰਸ ਹੈ ਜਾਂ ਨਵੇਂ ਸਟ੍ਰੇਨ ਦਾ ਵਾਇਰਸ ਹੈ। ਜੇ ਤਾਂ ਪੁਰਾਣਾ ਵਾਇਰਸ ਹੋਇਆ ਫਿਰ ਤਾਂ ਜਿਹੜਾ ਇੰਡੀਆ ਦਾ ਪ੍ਰੋਟੋਕਾਲ ਹੈ ਵੀ ਤੁਸੀਂ 14 ਦਿਨਾਂ ਬਾਅਦ 2 ਦਿਨ ਫੇਰ ਟੈਸਟ ਹੋਊਗਾ 24 ਘੰਟੇ ਬਾਅਦ,
14 ਦਿਨਾਂ ਬਾਅਦ ਟੈਸਟ ਹੋਇਆ ਤੁਹਾਡਾ ਨੈਗੇਟਿਵ ਹੋਣਾ ਚਾਹੀਦਾ, ਫਿਰ ਉਹ ਤੋਂ 24 ਘੰਟੇ ਬਾਅਦ ਟੈਸਟ ਹੋਣਾ ਚਾਹੀਦਾ, ਤੁਹਾਡਾ ਨੈਗੇਟਿਵ ਹੋਣਾ ਚਾਹੀਦਾ, ਤੁਹਾਨੂੰ ਛੁੱਟੀ ਮਿਲ ਜੂ। ਤੁਹਾਨੂੰ ਹੋਮ ਆਈਸੋਲੇਸ਼ਨ 'ਚ ਵੀ ਛੁੱਟੀ ਭੇਜ ਸਕਦੇ ਨੇ ਉਹ, ਜੋ ਸਾਡਾ ਇੰਡੀਆ ਦਾ ਪ੍ਰੋਟੋਕਾਲ ਹੈ ਜੀ। ਅਗਰ ਉਹ ਨਵਾਂ ਸਟ੍ਰੇਨ ਵਾਲਾ ਵਾਇਰਸ ਹੋਇਆ, ਅਗਰ ਨਵਾਂ ਵਾਇਰਸ ਹੋਇਆ ਇਹਨਾਂ ਲੋਕਾਂ 'ਚੋਂ ਕਿਸੇ ਨੂੰ, ਉਹਨੂੰ ਫਿਰ ਨਵੇਂ ਤਰੀਕੇ ਦਾ ਟ੍ਰੀਟਮੈਂਟ ਦਿੱਤਾ ਜਾਊਗਾ, ਜਿਹਦੇ ਬਾਰੇ ਸਰਕਾਰ ਫੈਸਲਾ ਕਰੂਗੀ। ਹੁਣ ਇਹ ਮੂਲ ਰੂਪ ਦੇ ਵਿੱਚ ਗੱਲ ਹੈ, ਇਹਨਾਂ ਦੀ ਤਾਂ ਟੈਸਟ ਕੀਤੀ ਗਈ ਹੈ, ਜੇ ਕਿਤੇ ਨਵਾਂ ਸਟ੍ਰੇਨ ਕਿਸੇ 'ਚ ਆਇਆ ਹੋਇਆ ਤੇ ਉਹ ਘਰ ਚਲਿਆ ਜਾਂਦਾ ਵਿਅਕਤੀ, ਨਵਾਂ ਸਟ੍ਰੇਨ ਕਹਿੰਦੇ 70% ਤੇਜ਼ੀ ਨਾਲ ਫੈਲਦਾ ਜੀ। ਮਤਲਬ ਇੱਕ ਵਿਅਕਤੀ ਅਗਰ ਨਵੇਂ ਸਟ੍ਰੇਨ ਵਾਲਾ 100 ਬੰਦਿਆਂ ਨੂੰ ਮਿਲੂ ਤਾਂ 70 ਪੋਜ਼ਿਟਿਵ ਕਰ ਦੂ, ਇੰਨੀ ਤੇਜ਼ੀ ਨਾਲ ਉਹ ਫੈਲਦਾ, 70% ਤੇਜ਼ੀ ਨਾਲ ਫੈਲਦਾ। ਮਤਲਬ 17 ਨੂੰ ਕਰ ਸਕਦਾ ਪੋਜ਼ਿਟਿਵ, ਮੈਂ ਨਹੀਂ ਕਹਿੰਦਾ ਕਰ ਦੂ, 70% ਤੇਜ਼ੀ ਨਾਲ ਜੀ ਹੈ ਗਗਨ ਜੀ, ਤੁਸੀਂ ਸਮਝ ਰਹੇ ਹੋ ਨਾ? ਬਿਲਕੁਲ। ਨਵਾਂ ਸਟ੍ਰੇਨ ਤਾਂ ਨਹੀਂ ਆ ਗਿਆ ਇਹਨਾਂ 8 ਪੋਜ਼ਿਟਿਵ ਵਾਲੇ ਲੋਕਾਂ 'ਚ, ਇਹਦਾ ਹੁਣ ਟੈਸਟ ਇਹਨਾਂ ਦਾ ਕੀਤਾ ਜਾਣਾ ਸਾਰਿਆਂ ਦਾ। ਸੋ ਇਸ ਕਰਕੇ ਬੜਾ ਜ਼ਰੂਰੀ ਸੀ ਇਹਨਾਂ ਨੂੰ ਰੋਕਣਾ ਔਰ ਜਾਂਚ ਕਰਨੀ। ਕੋਈ ਗੱਲ ਨਹੀਂ, ਅਸੀਂ ਮਾਫੀ ਚਾਹੁੰਦੇ ਹਾਂ ਅਗਰ ਤੁਹਾਨੂੰ 13, 14, 15, 20, 24 ਘੰਟੇ ਵੀ ਤੁਹਾਨੂੰ 에ਅਰਪੋਰਟ ਤੇ ਰਹਿਣਾ ਪਿਆ। ਹੁਣ ਇਹਨਾਂ ਸਾਰਿਆਂ ਦੇ ਲਈ ਕੁਆਰੰਟਾਈਨ ਦਾ ਪ੍ਰਬੰਧ ਕੀਤਾ ਜਾਊਗਾ, ਕੋਵਿਡ ਦੀ ਪਾਲਿਸੀ ਦੇ ਮੁਤਾਬਕ ਇਹਨਾਂ ਨੂੰ ਹੁਣ ਘਰੇ ਭੇਜਿਆ ਜਾਊਗਾ। ਪਰ ਜਿਹੜੇ 8 ਵਿਅਕਤੀ ਆ, ਆਪਾਂ ਉਹਨਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦੇ ਹਾਂ ਜੀ। ਬਿਲਕੁਲ। ਸੋ ਨਾਲ ਹੀ ਇੱਕ ਜਿਹੜੀ ਰਿਕੁਐਸਟ ਵੀ ਆ ਸਾਰਿਆਂ ਦੇ ਸਾਹਮਣੇ ਕਿ ਜਿਹੜੇ ਮਾਸਕ ਤੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਜਿਹੜੀਆਂ ਹਦਾਇਤਾਂ ਨੇ ਸਰਕਾਰ ਦੀਆਂ, ਉਹ ਜ਼ਰੂਰ ਮੰਨਿਆ ਕਰੋ, ਕਿਉਂਕਿ ਹੁਣ ਦੇਖਿਆ ਜਾਵੇ ਤਾਂ ਬਹੁਤ ਘੱਟ ਗਿਆ ਹੈ ਮਾਸਕ ਨੂੰ ਵਰਤੋਂ, ਇਹਦੀ ਉਹ ਜ਼ਰੂਰ ਕਰਿਆ ਕਰੋ, ਕਿਉਂਕਿ ਜੇਕਰ ਦੁਬਾਰਾ ਦੂਜਾ ਪੜਾਅ ਵੱਧਦਾ ਹੈ ਤਾਂ ਸਾਰਿਆਂ ਲਈ ਮੁਸ਼ਕਲਾਂ ਬਹੁਤ ਵੱਧ ਸਕਦੀਆਂ ਨੇ। ਤੇ ਡੱਲਾ ਜੀ, ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਲੋਕਲ ਬਾਡੀਜ਼ ਦੀਆਂ ਚੋਣਾਂ ਨੂੰ ਲੈ ਕੇ ਚਰਚਾਵਾਂ ਤੇਜ਼ ਨੇ, ਉਧਰ ਕੀ ਰੌਲਾ ਰੱਪਾ ਪੈ ਰਿਹਾ? ਦੇਖੋ, ਪੰਜਾਬ ਦੀ ਸਰਕਾਰ ਹੁਣ ਲੋਕਲ ਬਾਡੀਜ਼ ਦੀਆਂ ਚੋਣਾਂ ਕਰਾਉਣੀ ਚਾਹੁੰਦੀ ਹੈ, ਸਥਾਨਕ ਚੋਣਾਂ ਜੀ, ਨਗਰ ਕੌਂਸਲ ਦੀਆਂ, ਨਗਰ ਕਮੇਟੀਆਂ ਦੀਆਂ, ਮਿਊਨਿਸਪਲ ਕਾਰਪੋਰੇਸ਼ਨਾਂ ਦੀਆਂ। ਔਰ ਕੈਪਟਨ ਅਮਰਿੰਦਰ ਨੂੰ ਇਹ ਲੱਗਦਾ ਹੈ ਕਿ ਇਹ ਵਕਤ ਸਹੀ ਹੈ, ਜਲਦ ਤੋਂ ਜਲਦ ਇਹ ਚੋਣਾਂ ਹੋ ਜਾਣਗੀਆਂ। ਪੰਜਾਬ ਦੇ ਭਾਰਤ ਦੇ ਚੋਣ ਕਮਿਸ਼ਨ ਨੂੰ, ਪੰਜਾਬ ਦੇ ਚੋਣ ਕਮਿਸ਼ਨ ਨੂੰ ਲਿਖਿਆ ਲੋਕਲ ਬਾਡੀਜ਼ ਮਹਿਕਮੇ ਨੇ ਕਿ 13 ਫਰਵਰੀ ਦੇ ਜਾਂ 13 ਫਰਵਰੀ ਦੇ ਨੇੜੇ ਜਾਂ ਨੇੜੇ ਤੇੜੇ ਤੁਸੀਂ ਚੋਣਾਂ ਕਰਾ ਲਓ ਜੀ। ਹੁਣ ਅੱਜ ਕੈਪਟਨ ਅਮਰਿੰਦਰ ਨੇ ਕੱਲ ਮੀਟਿੰਗ ਕੀਤੀ ਹੈ, ਉਹਦੇ 'ਚ ਮੰਤਰੀ ਸੀ 16, ਸਾਰਿਆਂ ਨਾਲ ਲੰਚ ਕੀਤਾ ਕੈਪਟਨ ਅਮਰਿੰਦਰ ਨੇ ਜੀ। ਇਹ ਰਣਨੀਤੀ ਬਣਾਈ ਕੈਪਟਨ ਅਮਰਿੰਦਰ ਨੇ ਵੀ ਆਪਾਂ ਕਿੰਨੀਆਂ ਕੁ ਸੀਟਾਂ ਜਿੱਤ ਜਾਵਾਂਗੇ, ਕਿਵੇਂ ਜਿੱਤ ਜਾਵਾਂਗੇ, ਕਿਸਾਨ ਅੰਦੋਲਨ ਦਾ ਕੀ ਅਸਰ ਹੋਊਗਾ ਜੀ, ਹੈ ਜੀ, ਵੀ ਕੀ ਕਿਸਾਨ ਸਾਡੀ ਹਮਾਇਤ ਚਾਹੁੰਣਗੇ, ਕਿਸਾਨ ਕਿੱਧਰ ਵੋਟਾਂ ਪਾਉਣਗੇ, ਸ਼ਹਿਰਾਂ 'ਚ ਵਿਕਾਸ ਦੇ ਕੰਮ ਕਿਵੇਂ ਨੇ, ਜਿਹੜੇ ਮਾੜੇ ਮੋਟੇ ਰਹਿ ਗਏ ਉਹ ਪੂਰੇ ਕਰ ਦਿਓ, ਖਿੱਚ ਦਿਓ, ਕਿਉਂਕਿ ਚੋਣਾਂ ਤੋਂ ਪਹਿਲਾਂ ਸਰਕਾਰ ਸੜਕਾਂ ਬਣਾਉਣ ਲੱਗ ਜਾਂਦੀ ਆ। ਆਪਣੇ ਪੰਜਾਬ 'ਚ ਵੀ ਆਪਾਂ ਦੇਖਾਂਗੇ ਹੁਣ ਆਉਂਦੇ ਦਿਨਾਂ 'ਚ, ਬਿਲਕੁਲ ਠੰਡ 'ਚ ਹੀ ਸੜਕਾਂ ਬਣਾਈ ਜਾਣੀਆਂ ਇਹਨਾਂ ਨੇ, ਨਾਲੇ ਠੰਡ 'ਚ ਸੜਕ ਟਿਕਦੀ ਨਹੀਂ ਹੁੰਦੀ। ਕੈਪਟਨ ਅਮਰਿੰਦਰ ਕਹਿ ਦੇਣ ਵੀ ਜੇ ਫਰਵਰੀ 'ਚ ਵੋਟਾਂ ਕਰਾਉਣੀਆਂ ਨਹੀਂ ਆ ਤਾਂ ਠੰਡ ਪਈ ਜਾਂਦੀ ਕੜਾਕੇ ਦੀ ਦਸੰਬਰ ਦੀ, ਕੈਪਟਨ ਸਾਹਿਬ ਜੇ ਸੜਕਾਂ ਬਣਾਉਣ ਲੱਗੇ ਤੁਹਾਡੇ ਲੋਕ ਤਾਂ ਫਿਰ ਕੰਮ ਉਹ ਸੜਕਾਂ ਟੁੱਟ ਜਾਣਗੀਆਂ। ਸੋ ਠੰਡ 'ਚ ਸੜਕ ਨਾ ਬਣਾਈਓ ਜੀ, ਹੈ ਜੀ, ਠੰਡ 'ਚ ਸੜਕ ਨਹੀਂ ਬਣਾਉਣੀ। ਹੋਰ ਬਾਕੀ ਦੇ ਵਿਕਾਸ ਦੇ ਕੰਮ ਕਰ ਲਓ, ਕੋਈ ਨੀਂਹ ਪੱਥਰ ਰੱਖਣੇ, ਕੋਈ ਇੱਟਾਂ ਰੱਖਣੀਆਂ, ਕੋਈ ਗਲੀਆਂ ਨਾਲੀਆਂ ਪੱਕੀਆਂ ਕਰਨੀਆਂ, ਉਹ ਕੰਮ ਕਰ ਲਓ ਜੀ। ਕਿਉਂਕਿ ਇਹੋ ਜਿਹੇ ਮੌਕੇ ਸੜਕਾਂ ਬਣਾਉਣ ਲੱਗ ਜਾਂਦੇ ਆ ਕਾਰਪੋਰੇਸ਼ਨ ਵਾਲੇ, ਕਾਉਂਸਲਰ ਦਬਾਅ ਪਾਉਂਦੇ ਆ ਵੀ ਸਾਡੇ ਮੁਹੱਲੇ 'ਚ ਸੜਕ ਬਣਾਓ ਜੀ। ਸੋ ਉਹ ਸੜਕਾਂ ਫਿਰ ਉਹਨਾਂ ਦਾ ਫਾਇਦਾ ਨਹੀਂ, ਉਹ ਲੋਕਾਂ ਦਾ ਪੈਸਾ ਬਰਬਾਦ ਹੁੰਦਾ। ਹੁਣ ਇਹ ਦੇਖਦੇ ਆ, ਹੁਣ ਸਰਕਾਰ ਇਹ ਵੀ ਦੇਖ ਰਹੀ ਹੈ ਕਿਉਂਕਿ ਜਿਹੜੀਆਂ 2022 ਦੀਆਂ ਚੋਣਾਂ ਹੋਣੀਆਂ ਨੇ ਉਹ ਜਨਵਰੀ ਜਾਂ ਫਰਵਰੀ 'ਚ ਹੋ ਜਾਣੀਆਂ ਨੇ 2022 'ਚ। ਆ ਦਸੰਬਰ ਲੰਘ ਗਿਆ, 1 ਸਾਲ ਤੇ 1.5 ਮਹੀਨਾ ਰਹਿ ਗਿਆ ਪੰਜਾਬ ਦੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਨੂੰ। ਹੁਣ ਕੈਪਟਨ ਅਮਰਿੰਦਰ ਇਹ ਵੀ ਦੇਖਣਗੇ ਵੀ ਇਹਨਾਂ ਚੋਣਾਂ 'ਚ ਆਪਾਂ ਦੇਖ ਲਈਏ ਕੀ ਨਤੀਜਾ ਨਿਕਲਦਾ, ਆਪਣੇ ਖਿਲਾਫ ਕਿੰਨੀ ਕੁ ਐਂਟੀ ਇਨਕੰਬੈਂਸੀ ਹੈ ਜਾਂ ਕੀ ਕਿਸਾਨੀ ਵੋਟ ਸਾਡੇ ਹੱਕ 'ਚ ਪੈਂਦੀ ਹੈ, ਆਪ ਵਾਲਿਆਂ ਨੂੰ ਕਿੰਨਾ ਕੁਛ ਪੈਂਦਾ। ਹੁਣ ਉਧਰੋਂ ਅਕਾਲੀ ਦਲ ਵੱਲੋਂ ਵੀ ਇੱਕ ਜਿਹੜੀ ਖਬਰ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ਤੇ ਚੋਣਾਂ ਲੜੇਗਾ, ਉਹ ਤਕੜੀ ਦੇ ਨਿਸ਼ਾਨ ਤੇ ਚੋਣਾਂ ਲੜਨਗੇ ਜੀ। ਹੁਣ ਦੇਖੋ, ਇਹ ਵੀ ਬੜੀ ਇੱਕ ਵੱਡੀ ਗੱਲ ਹੈ। ਹੁਣ ਸੋ ਇਹ ਗਹਿਮਾ ਗਹਿਮੀ ਸਾਨੂੰ ਚੋਣਾਂ ਦੀ ਦੇਖਣ ਨੂੰ ਮਿਲੂਗੀ। ਪਾਰਲੀਮੈਂਟ ਦਾ ਸੈਸ਼ਨ ਭਾਵੇਂ ਸਾਡੇ ਨਹੀਂ ਹੋ ਰਿਹਾ ਮੁਲਕ 'ਚ ਜੀ, ਉਹ ਕੋਵਿਡ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਤੇ ਬੀਜੇਪੀ ਵਾਲੇ ਕਹਿੰਦੇ ਵੀ ਅਸੀਂ ਨਹੀਂ ਕਰ ਰਹੇ, ਕੋਵਿਡ ਦਾ ਖਤਰਾ ਹੈ, ਪਰ ਚੋਣਾਂ ਸਾਰੇ ਦੇਸ਼ 'ਚ ਹੋਈ ਜਾਂਦੀਆਂ। ਦੇਖੋ ਆ ਜੰਮੂ ਕਸ਼ਮੀਰ 'ਚ ਨਤੀਜੇ ਆਈ ਜਾਂਦੇ ਨੇ ਜੀ, ਉੱਥੇ ਗੁਪਕਾਰ ਵਾਲੇ ਅੱਗੇ ਨਿਕਲ ਗਏ ਫਿਰ ਜੀ। ਬੀਜੇਪੀ ਹਾਲਾਂਕਿ ਨੰਬਰ 2 ਤੇ ਆ, ਪਰ ਗੁਪਕਾਰ ਅੱਗੇ ਨਿਕਲ ਗਿਆ। ਸੋ ਗੁਪਕਾਰ ਵਾਲੇ ਉੱਥੇ ਅੱਗੇ ਨਿਕਲ ਗਏ ਔਰ ਬੀਜੇਪੀ ਨੰਬਰ 2 ਤੇ ਆ ਗਈ। ਕਾਂਗਰਸ ਉੱਥੇ ਵੀ, ਕਾਂਗਰਸ ਦਾ ਪੰਜਾ ਖਾਲੀ ਹੋਈ ਜਾਂਦਾ, ਪੰਜੇ ਦੇ ਨਿਸ਼ਾਨ ਧੁੰਦਲੇ ਹੋਈ ਜਾਂਦੇ ਨੇ ਹੱਥਾਂ ਤੋਂ, ਸੀਟਾਂ ਘਟੀ ਜਾਂਦੀਆਂ ਨੇ ਕਾਂਗਰਸ ਦੀਆਂ, ਦਿਨ ਪ੍ਰਤੀ ਦਿਨ ਕਾਂਗਰਸ ਸੁੰਗੜੀ ਜਾ ਰਹੀ ਹੈ, ਮੈਂ ਕਹਿੰਦਾ ਜੀ। ਸੋ ਕਾਂਗਰਸ ਨੂੰ ਤਕੜੇ ਹੋਣ ਲਈ ਕੋਈ ਸੈੱਲ ਸੁੱਲ ਵਧਾਉਣ ਵਾਲੀ ਦਵਾਈ ਖਾਣੀ ਚਾਹੀਦੀ ਕਾਂਗਰਸ ਨੂੰ ਜੀ, ਹੈ ਜੀ, ਬਿਲਕੁਲ। ਸੋ ਕਈ ਚੀਜ਼ਾਂ ਨੇ ਜਿਨ੍ਹਾਂ ਨਾਲ, ਪਪੀਤੇ ਦੇ ਪੱਤੇ ਖਾਣ ਨਾਲ ਵੀ ਕਹਿੰਦੇ ਸੈੱਲ ਵੱਧਦੇ ਆ ਜੀ। ਸੋ ਕਾਂਗਰਸ ਕੋਈ ਇਹੋ ਜਿਹਾ ਕੰਮ ਕਰੇ ਜਿਹਦੇ ਨਾਲ ਸਿਆਸੀ ਸੈੱਲ ਵਧਣ ਕਾਂਗਰਸ ਦੇ,
ਤਾਂ ਹੀ ਲੋਕ ਵੋਟਾਂ ਪਾਉਣਗੇ ਨਾ, ਕਾਂਗਰਸ ਤਕੜੀ ਹੋਊਗੀ। ਜੀ। ਤਕੜੇ ਤਾਂ ਜੇ ਸੈੱਲ ਵਧਣਗੇ ਕਾਂਗਰਸ ਦੇ ਤਾਂ ਹੀ ਹੋਊ ਤਕੜੀ ਕਾਂਗਰਸ। ਬਿਲਕੁਲ। ਸੋ ਕਾਂਗਰਸ ਕਮਜ਼ੋਰ ਹੋ ਰਹੀ ਹੈ। ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਕਾਂਗਰਸ ਨੇ ਵੀ ਪਾਇਆ ਸੀ। ਸੋ ਕਾਂਗਰਸ ਆਪਣੇ ਮਿਸ਼ਨ ਤੇ ਡਟੇ, ਕਾਂਗਰਸ ਹਿੰਮਤ ਰੱਖੇ। ਮੈਨੂੰ ਲੱਗਦਾ ਹਿੰਮਤ ਜੀ ਹਾਰੀ ਜਾਂਦੇ ਕਾਂਗਰਸ ਜੀ। ਸੋ ਹਿੰਮਤ ਨਹੀਂ ਹਾਰਨੀ ਚਾਹੀਦੀ। ਆ ਬੀਜੇਪੀ ਵਾਲੇ ਦੇਖੋ ਖਿੱਚੀ ਜਾਂਦੇ ਕੰਮ। ਦੂਜੇ ਨੰਬਰ ਤੇ ਆ ਗਏ ਜੰਮੂ ਕਸ਼ਮੀਰ 'ਚ ਵੀ। ਜੀ। ਆ ਪੱਛਮੀ ਬੰਗਾਲ 'ਚ ਵੀ ਇਹਨਾਂ ਨੇ ਮੁਕਾਬਲਾ ਵਧੀਆ ਕਰ ਲੈਣਾ ਜੀ। ਆ ਕਾਂਗਰਸ ਵਾਲੇ ਹਜੇ ਵਿਚਾਰੇ ਜ਼ਿਆਦਾ ਪ੍ਰਚਾਰ ਹੀ ਨਹੀਂ ਕੀਤਾ ਇਹਨਾਂ ਨੇ। ਜੀ। ਤੁਸੀਂ ਦੇਖੋ ਬਿਹਾਰ 'ਚ ਵੀ ਪ੍ਰਿੰਕਾ ਗਾਂਧੀ ਨੇ ਰੈਲੀ ਨਹੀਂ ਕੀਤੀ ਕੋਈ ਚੋਣਾਂ ਤੋਂ ਪਹਿਲਾਂ। ਬਿਲਕੁਲ। ਨਾ ਬੀਬੀ ਸੋਨੀਆ ਗਾਂਧੀ ਕੋਈ ਵੱਡੀ ਰੈਲੀ ਕਰਨਗੀ, ਇਕੱਲਾ ਰਾਹੁਲ ਹੀ ਉੱਥੇ ਰੈਲੀਆਂ ਕਰਦਾ ਰਿਹਾ, ਉਹ ਵੀ ਘੱਟ ਕੀਤੀਆਂ ਉਹਨੇ ਰਾਹੁਲ ਗਾਂਧੀ ਨੇ। ਜੀ। ਸੋ ਪੂਰੇ ਟੱਬਰ ਨੂੰ ਪ੍ਰਚਾਰ ਕਰਨਾ ਚਾਹੀਦਾ। ਬੀਜੇਪੀ ਵਾਲੇ ਦੇਖੋ ਸਾਰੇ ਹੀ ਤੁਰੇ ਫਿਰਦੇ ਨੇ ਪ੍ਰਚਾਰ ਲਈ। ਬਿਲਕੁਲ। ਆ ਹੁਣ ਦੇਖੋ ਸੁਖਬੀਰ ਬਾਦਲ ਕਿੱਡਾ ਜ਼ੋਰ ਲਾਈ ਜਾਂਦਾ ਪੰਜਾਬ 'ਚ, ਬਹੁਤ ਮਿਹਨਤ ਕਰ ਰਿਹਾ। ਜੀ। ਆ ਹੁਣ ਪੰਚਾਇਤਾਂ ਕਾਰਪੋਰੇਸ਼ਨਾਂ ਦੀਆਂ ਚੋਣਾਂ ਵੀ ਮੈਨੂੰ ਲੱਗਦਾ ਇਹ ਤੱਕੜੀ ਦੇ ਚੋਣ ਨਿਸ਼ਾਨ ਤੇ ਲੜਨਗੇ। ਸੁਖਬੀਰ ਦਾ ਵੀ ਟੈਸਟ ਹੈ। ਜੀ। ਸੋ ਦੇਖੋ ਕੀ ਬਣਦਾ ਜੀ ਬਾਕੀ ਸਿਆਸੀ ਤੌਰ ਤੇ। ਡੱਲਾ ਜੀ ਇੱਥੇ ਇੱਕ ਸਿਆਸੀ ਸਵਾਲ ਪੁੱਛੂੰਗਾ ਕਿ ਜਦੋਂ ਬਿਹਾਰ ਦੇ ਵਿੱਚ ਚੋਣਾਂ ਹੋਈਆਂ ਨੇ ਉਦੋਂ ਭਾਜਪਾ ਕਹਿੰਦੇ ਕਿ ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਨੇ ਲੋਕ, ਤਾਂ ਬਿਹਾਰ ਦੇ ਵਿੱਚ ਸਾਡੀ ਸਰਕਾਰ ਬਣੀ। ਹੁਣ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਦੂਜੇ ਨੰਬਰ ਤੇ ਆ ਗਏ, ਇੱਥੇ ਕੀ ਕਹਿਣਗੇ? ਨਹੀਂ ਚਲੋ ਜੰਮੂ ਕਸ਼ਮੀਰ ਦੇ ਵਿੱਚ ਹਾਲਾਤ ਥੋੜੇ ਜਿਹੇ ਵੱਖਰੇ ਨੇ ਕਿਉਂਕਿ ਉੱਥੇ ਮੁੱਦਾ ਧਾਰਾ 370 ਦਾ ਸੀ। ਜੀ। ਖੇਤੀ ਕਾਨੂੰਨਾਂ ਦਾ ਵੀ ਫਰਕ ਪਿਆ ਹੋਣਾ। ਪਰ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ, ਜੰਮੂ ਕਸ਼ਮੀਰ ਵਾਲਿਆਂ ਦੀ ਖੇਤੀ ਸੇਬ, ਜੀ, ਉਹ ਤਾਂ ਲੈਣਾ ਬੰਨ ਕੇ ਵਿਕਦੇ ਆ ਸੇਬ ਤਾਂ। ਜੀ। ਸੇਬ ਬਿਨਾਂ ਤਾਂ ਰਿਸ਼ਤੇਦਾਰ ਆਪਣੇ ਰਿਸ਼ਤੇਦਾਰ ਦੇ ਘਰੇ ਨਹੀਂ ਜਾਂਦਾ, ਜਾਂ ਕੇਲੇ ਲੈ ਕੇ ਜਾਂਦਾ ਦਰਜਨ ਜਾਂ ਸੇਬ। ਜੀ। ਐਂ ਹਿਮਾਚਲ ਪ੍ਰਦੇਸ਼ ਦੇ ਸੇਬ ਹੈ, ਹੋਰ ਬੜਾ ਕੁਝ ਹੈ ਪਹਾੜਾਂ 'ਚ। ਪਹਾੜਾਂ 'ਚੋਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਖੇਤੀ ਉਪਜਾਂ ਨੇ ਜੰਮੂ ਕਸ਼ਮੀਰ 'ਚ। ਬਾਕੀ ਆ ਝੀਲਾਂ ਝੂਲਾਂ ਬਹੁਤ ਨੇ ਜੰਮੂ ਕਸ਼ਮੀਰ 'ਚ। ਡਲ ਝੀਲ ਹੈ ਇੱਕ, ਡਲ ਲੇਕ। ਜੀ। ਤੇ ਜੰਮੂ ਕਸ਼ਮੀਰ ਦੇ ਵਿੱਚ ਗੁਲਮਰਗ ਹੈ, ਬਹੁਤ ਸੈਲਾਨੀ ਬਹੁਤ ਜਾਂਦੇ ਨੇ ਜੰਮੂ ਕਸ਼ਮੀਰ ਤੇ ਹਿਮਾਚਲ 'ਚ ਪਹਾੜਾਂ 'ਚ। ਜੀ। ਸੈਲਾਨੀਆਂ ਨੂੰ ਚਾਅ ਹੈ ਪਹਾੜ ਦੇਖਣ ਦਾ। ਉੱਥੇ ਵੱਖਰੀ ਤਰ੍ਹਾਂ ਦੀ ਖੇਤੀ ਹੈ, ਮੈਡੀਸਨ ਦੀ ਖੇਤੀ ਹੈ। ਜਿਹੜੇ ਖੇਤੀਬਾੜੀ ਵਾਲੇ ਬੂਟੇ ਆਪਣੇ ਰਾਸ਼ਟਰਪਤੀ ਹਾਊਸ 'ਚ ਲੱਗੇ ਹੋਏ ਨੇ, ਮੈਡੀਸਨਲ ਪਲਾਂਟਸ ਉਹਨਾਂ ਨੂੰ ਕਹਿੰਦੇ ਨੇ। ਜੀ। ਕਿ ਉਹ ਦਵਾਈਆਂ 'ਚ ਵਰਤੇ ਜਾਂਦੇ ਨੇ ਜਿਹੜੇ ਪਲਾਂਟ। ਉੱਦਾਂ ਦੇ ਪਹਾੜਾਂ 'ਚ ਨੇ, ਹਿਮਾਲਿਆ 'ਚ ਨੇ। ਸ਼ਹਿਦ ਦਾ ਕੰਮ ਬਹੁਤ ਵੱਡਾ ਹੁੰਦਾ ਜੀ ਜੀ। ਜੰਮੂ ਕਸ਼ਮੀਰ 'ਚ, ਹਿਮਾਚਲ 'ਚ। ਸ਼ਹਿਦ ਜੰਮੂ ਕਸ਼ਮੀਰ ਜਿਹੜੀ ਵੱਡੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦਾ ਸਾਰਾ ਸ਼ਹਿਦ ਜਿਹੜਾ ਐਕਸਪੋਰਟ ਹੁੰਦਾ ਹੈ, ਇੰਡੀਆ ਦਾ ਜਿਹੜਾ ਸ਼ਹਿਦ ਐਕਸਪੋਰਟ ਹੁੰਦਾ ਸਭ ਤੋਂ ਵੱਡਾ ਹਿੱਸਾ ਪਹਾੜਾਂ ਦਾ। ਜੀ। ਪਹਾੜਾਂ ਦੇ ਸ਼ਹਿਦ ਬਹੁਤ ਮਹਿੰਗੇ ਵਿਕਦੇ ਨੇ। ਸੋ ਇਸ ਕਰਕੇ ਪਹਾੜਾਂ ਦੀ ਆਰਥਿਕਤਾ ਖੇਤੀ ਤੇ ਤਾਂ ਹੈ ਹੀ ਹੈ, ਜੀ, ਪਰ ਉਹਦਾ ਕਣਕ ਝੋਨੇ ਨਾਲ ਸਿੱਧਾ ਜਿਹਾ ਸੰਬੰਧ ਨਹੀਂ। ਇਸ ਕਰਕੇ ਉਹ ਲੋਕ ਅਗਰ ਵਿਰੋਧ ਨਹੀਂ ਵੀ ਕਰ ਰਹੇ, ਉਹਨਾਂ ਨੂੰ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ। ਜੀ। ਮੈਂ ਦੇਖੋ ਇਹ ਸਵਾਲ ਤੁਸੀਂ ਫੇਰ ਖੜਾ ਕਰ ਲਿਆ, ਇਹ ਸਵਾਲ ਪੂਰੇ ਮੁਲਕ ਨੂੰ ਸਮਝਾਉਣ ਵਾਲਾ ਹੈ। ਸਾਰਾ ਮੁਲਕ ਕਹੀ ਜਾਂਦਾ ਕਿ ਇਕੱਲਾ ਪੰਜਾਬ ਤੇ ਹਰਿਆਣੇ ਦੇ ਕਿਸਾਨ ਹੀ ਵਿਰੋਧ ਕਰ ਰਹੇ ਆ ਜੀ, ਬਾਕੀ ਤਾਂ ਟਾਵੇਂ ਟਾਵੇਂ ਹੈ। ਕਣਕ ਝੋਨਾ ਮੁੱਦਾ ਹੀ ਪੰਜਾਬ ਤੇ ਹਰਿਆਣੇ ਦਾ। ਸਾਰੇ ਮੁਲਕ ਦਾ ਢਿੱਡ ਵੀ ਤਾਂ ਪੰਜਾਬ ਤੇ ਹਰਿਆਣੇ ਨਹੀਂ ਭਰਿਆ। ਬਿਲਕੁਲ ਹੈ ਜੀ। ਉਦੋਂ ਤਾਂ ਅਮਰੀਕਾ ਤੋਂ ਮੰਗਾਉਂਦੇ ਸੀ ਆਪਾਂ ਚੌਲ, ਅਨਾਜ। ਉਹ ਅਮਰੀਕਾ ਐਡਾ ਮਹਿੰਗਾ ਦਿੰਦਾ ਸੀ, ਵਰਤ ਰੱਖਣੇ ਪੈਂਦੇ ਸੀ ਮੁਲਕ 'ਚ। ਪੰਜਾਬ ਤੇ ਹਰਿਆਣੇ ਨੇ ਢਿੱਡ ਭਰਿਆ। ਤੇ ਇਹ ਖੇਤੀ ਕਾਨੂੰਨ ਕਣਕ ਤੇ ਝੋਨੇ ਦੀ ਖਰੀਦ ਨੂੰ ਪ੍ਰਭਾਵਿਤ ਕਰਨਗੇ। ਇਹ ਖਤਰਾ ਹੈ ਕਿਸਾਨ ਨੂੰ। ਮੂਲ ਰੂਪ ਦੇ ਵਿੱਚ ਗੱਲ ਇਹ ਹੈ, ਬਹੁਤੇ ਲੋਕਾਂ ਨੂੰ ਹਜੇ ਵੀ ਗਹਿਰਾਈ 'ਚ ਨਹੀਂ ਸਮਝ ਆ ਰਿਹਾ ਵੀ ਕਿਸਾਨ ਅੰਦੋਲਨ ਕਿਉਂ ਕਰ ਰਹੇ ਨੇ। ਕਿਸਾਨ ਇਸ ਕਰਕੇ ਅੰਦੋਲਨ ਕਰ ਰਹੇ ਨੇ ਕਿ ਕਣਕ ਤੇ ਝੋਨਾ ਸਾਡੀ ਮੁੱਖ ਫਸਲ ਹੈ, ਸਰਕਾਰੀ ਤੌਰ ਤੇ ਚੱਕੀ ਜਾਂਦੀ ਹੈ। ਅਗਰ ਬਾਜ਼ਾਰ ਪ੍ਰਾਈਵੇਟ ਹੋ ਗਿਆ, ਸਰਕਾਰ ਨੇ ਸਰਕਾਰੀ ਖਰੀਦ ਤੋਂ ਹੱਥ ਖਿੱਚ ਲਏ ਤੇ ਪ੍ਰਾਈਵੇਟ ਕੰਪਨੀਆਂ ਨੇ ਕਣਕ ਝੋਨਾ ਘੱਟ ਮੁੱਲ ਤੇ ਚੱਕਣਾ ਹੈ, ਜਿਵੇਂ ਬਿਹਾਰ 'ਚ ਤੇ ਉੱਤਰ ਪ੍ਰਦੇਸ਼ 'ਚ ਚੱਕਦੇ ਨੇ, ਤੇ ਪੰਜਾਬ ਦਾ ਕਿਸਾਨ ਵੀ ਉਸੇ ਤਰ੍ਹਾਂ ਗਰੀਬ ਹੋ ਜੂ ਜਿਵੇਂ ਬਿਹਾਰ ਤੇ ਉੱਤਰ ਪ੍ਰਦੇਸ਼ ਦਾ ਕਿਸਾਨ ਗਰੀਬ ਹੈ। ਜੀ। ਹਾਲਾਂਕਿ ਸੁਸਾਈਡ ਪਹਿਲਾਂ ਹੀ ਸਾਡਾ ਕਿਸਾਨ ਕਰ ਰਿਹਾ, ਅਮੀਰ ਨਹੀਂ ਸਾਡਾ ਕਿਸਾਨ, ਪਰ ਸਾਡੇ ਕਿਸਾਨ ਕੋਲੇ ਸੰਸਾਧਨ ਹੈਗੇ ਆ ਨਾ। ਸਾਡੇ ਕਿਸਾਨ ਕੋਲੇ ਸਾਡੇ ਕੁਦਰਤ ਦਾ ਦਿੱਤਾ ਪਾਣੀ ਹੈ, ਨਹਿਰਾਂ ਨੇ, ਉਪਜਾਊ ਜ਼ਮੀਨ ਹੈ। ਜੀ। 6 ਮੌਸਮ ਨੇ ਪੰਜਾਬ ਦੇ, 5-6 ਮੌਸਮ ਆਉਂਦੇ ਨੇ ਪੰਜਾਬ 'ਚ। ਸੋ ਬਹੁਤ ਸਾਰੇ ਕੁਦਰਤੀ ਫਾਇਦੇ ਸਾਨੂੰ ਕੁਦਰਤ ਨੇ ਦਿੱਤੇ ਨੇ ਪੰਜਾਬ ਦੇ ਕਿਸਾਨ ਨੂੰ, ਪਰ ਸਰਕਾਰਾਂ ਨੇ ਸਾਡੀਆਂ ਜਿਨਸਾਂ ਦਾ ਮੁੱਲ ਨਹੀਂ ਦਿੱਤਾ। ਤਾਂ ਕਿਸਾਨ ਡਰਦਾ ਵੀ ਜੇ ਪ੍ਰਾਈਵੇਟ ਹੱਥਾਂ 'ਚ ਕੰਮ ਚੱਲ ਗਿਆ ਤੇ ਸਾਡੀ ਫਸਲ ਦਾ ਮੁੱਲ ਹੋਰ ਘਟ ਜਾਣਾ। ਹੁਣ ਤਾਂ ਅਸੀਂ ਲੋਕਾਂ ਨੂੰ ਸਮਝਾ ਲੈਂਦੇ ਹਾਂ ਵੀ ਸੁਸਾਈਡ ਨਾ ਕਰੋ, ਫੇਰ ਕੀ ਕਰਾਂਗੇ ਜੇ ਖੇਤੀ ਸਾਡੀ ਬਰਬਾਦ ਹੋ ਗਈ। ਜੀ। ਇਹ ਖਤਰਾ ਹੈ। ਇਸ ਕਰਕੇ ਅੰਦੋਲਨ ਕਰ ਰਹੇ ਨੇ ਪੰਜਾਬ ਦੇ ਕਿਸਾਨ, ਕਿਉਂਕਿ ਸਰਕਾਰ ਕਹਿੰਦੀ MSP ਜਾਰੀ ਰਹੂਗੀ। ਸਰਕਾਰ MSP ਕਾਨੂੰਨ ਬਣਾ ਕੇ ਨਹੀਂ ਕਹਿੰਦੀ ਜਾਰੀ ਰਹੂਗੀ। ਜੀ। ਸਰਕਾਰ ਕਹਿੰਦੀ ਅਸੀਂ ਕਾਨੂੰਨ ਨਹੀਂ ਬਣਾਉਣਾ MSP ਤੇ। MSP ਦਾ ਕਾਨੂੰਨ ਬਣਾ ਦਿਓ, ਔਰ ਨਾਲ ਕਾਨੂੰਨ ਬਣਾ ਦਿਓ ਵੀ ਸਰਕਾਰੀ ਤੌਰ ਤੇ ਖਰੀਦ ਕਾਨੂੰਨ ਦੇ ਦਾਇਰੇ 'ਚ ਹੈ, ਮਸਲਾ ਨਿਬੜ ਜਾਂਦਾ। ਬਿਲਕੁਲ। ਬਾਕੀ ਤਾਂ ਛੋਟੀਆਂ ਗੱਲਾਂ ਰਹਿ ਗਈਆਂ, ਫਿਰ ਕਿਸਾਨਾਂ ਨੇ ਮੀਟਿੰਗ ਵੀ ਕਰ ਲੈਣੀ। ਜੀ। ਡੱਲਾ ਜੀ, ਇੱਕ ਨਜ਼ਰ ਜਾਂਦੇ ਜਾਂਦੇ ਆਮ ਆਦਮੀ ਪਾਰਟੀ ਵੱਲ ਪਾ ਲਈਏ। ਉਹ ਯੂਪੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਹਿੰਦੇ ਉਹਨਾਂ ਨੂੰ ਉਧਰ ਦੇ ਸਿੱਖਿਆ ਮੰਤਰੀ ਨੇ ਕਿਹਾ ਸੀ ਕਿ ਸਾਡੇ ਸਕੂਲਾਂ ਦੇ ਵਿੱਚ ਆਓ ਟਵੀਟ ਕੀਤਾ ਸੀਗਾ ਯੂਪੀ ਦੇ ਸਿੱਖਿਆ ਮੰਤਰੀ। ਦੇਖੋ ਹੁਣ ਮਨੀਸ਼ ਸਿਸੋਦੀਆ ਜੀ ਮੈਨੂੰ ਪਤਾ ਲੱਗਿਆ ਲਖਨਊ ਡੇਰਾ ਲਾਈ ਬੈਠੇ ਨੇ। ਜੀ। ਤੇ ਹੁਣ ਯੂਪੀ ਦੇ ਸਿੱਖਿਆ ਮੰਤਰੀ ਨੂੰ ਬਹਿਸ ਕਰਨੀ ਚਾਹੀਦੀ ਹੈ ਮਨੀਸ਼ ਸਿਸੋਦੀਆ ਨਾਲ। ਦੇਖੋ
ਅਰਵਿੰਦ ਕੇਜਰੀਵਾਲ ਦੇ ਪੰਜਾਬ ਪ੍ਰਤੀ ਦ੍ਰਿਸ਼ਟੀਕੋਣ ਤੋਂ ਮੇਰੇ ਉਹਦੇ ਨਾਲ ਮਤਭੇਦ ਹੈਗੇ ਨੇ ਜੀ। ਕੁਝ ਗੱਲਾਂ ਅਰਵਿੰਦ ਕੇਜਰੀਵਾਲ ਦੀਆਂ ਨੇ ਜਿਹੜੀਆਂ ਪੰਜਾਬ ਪ੍ਰਤੀ ਮੈਨੂੰ ਜ਼ਿਆਦਾ ਪਸੰਦ ਨਹੀਂ ਹੈ। ਪਹਿਲੀ ਗੱਲ, ਉਹ ਸਿੱਧਾ ਹੀ ਪੰਜਾਬ ਤੇ ਹਰਿਆਣੇ ਨੂੰ ਅਰਵਿੰਦ ਕੇਜਰੀਵਾਲ ਕਹਿ ਦਿੰਦਾ ਵੀ ਤੁਹਾਡੀ ਪਰਾਲੀ ਸਾੜਨ ਕਰਕੇ ਦਿੱਲੀ 'ਚ ਪ੍ਰਦੂਸ਼ਣ ਹੁੰਦਾ। ਉਹ ਗਲਤ ਹੈ। ਅਰਵਿੰਦ ਕੇਜਰੀਵਾਲ ਕੱਲੀ ਪੰਜਾਬ ਦੀ ਪਰਾਲੀ ਜ਼ਿੰਮੇਦਾਰ ਨਹੀਂ, ਹੋਰ ਬੜਾ ਕੁਝ ਜ਼ਿੰਮੇਦਾਰ ਹੈ। ਸਤਲੁਜ ਯਮੁਨਾ ਲਿੰਕ ਨਹਿਰ ਤੇ ਕੇਜਰੀਵਾਲ ਨੇ ਯੂ ਟਰਨ ਮਾਰੇ, ਆ ਬਿਕਰਮ ਮਜੀਠੀਆ ਤੋਂ ਮਾਫੀ ਮੰਗ ਲਈ ਜੀ। ਸਟੈਂਡ ਲੈਣਾ ਚਾਹੀਦਾ ਸੀ ਅਰਵਿੰਦ ਕੇਜਰੀਵਾਲ ਨੂੰ। ਅਗਰ ਕੋਈ ਗਲਤੀ ਕਰ ਗਿਆ ਸੀ ਤੇ ਕੋਈ ਗੱਲ ਨਹੀਂ, 6 ਮਹੀਨੇ ਅੰਦਰ ਆ ਸ਼ਹੀਦ ਭਗਤ, ਆ ਸਾਡੇ ਕਿੰਨੇ ਯੋਧੇ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਇਹਨਾਂ ਨੇ ਵੀ ਤਾਂ ਦੇਸ਼ ਲਈ ਜੇਲ੍ਹਾਂ ਕੱਟੀਆਂ ਨੇ ਨਾ ਜੀ। ਹੈ ਜੀ, ਨਹੀਂ ਕੱਟੀਆਂ? ਬਿਲਕੁਲ ਕੱਟੀਆਂ। ਸ਼ਹਾਦਤਾਂ ਦਿੱਤੀਆਂ ਨੇ, ਸੱਚ ਤੇ ਖੜੇ ਰਹੇ ਨੇ, ਸਮਝੌਤਾ ਨਹੀਂ ਕੀਤਾ ਜੀ। ਸੋ ਬਾਕੀ ਠੀਕ ਹੈ, ਸਕੂਲਾਂ ਦਾ ਕੰਮ ਕੀਤਾ ਕੇਜਰੀਵਾਲ ਨੇ ਦਿੱਲੀ 'ਚ, ਸਿਹਤ ਦੇ ਖੇਤਰ 'ਚ ਵੀ ਕੰਮ ਕੀਤਾ, ਮੈਂ ਨਹੀਂ ਕਹਿੰਦਾ ਨਹੀਂ ਕੀਤਾ। ਦਿੱਲੀ ਦੇ ਲੋਕਾਂ ਲਈ ਕੇਜਰੀਵਾਲ ਚੰਗਾ ਜੀ। ਬਿਜਲੀ ਦੀ ਵੀ ਉੱਥੇ ਸਸਤੀ ਬਿਜਲੀ ਵੀ ਉਪਲਬਧ ਕਰਾ ਰਿਹਾ, ਜ਼ਰੂਰਤਮੰਦ ਲੋਕਾਂ ਨੂੰ ਸਸਤੀ ਬਿਜਲੀ ਉਪਲਬਧ ਕਰਾ ਰਿਹਾ, ਬੜੀ ਖੁਸ਼ੀ ਦੀ ਗੱਲ ਹੈ। ਦਿੱਲੀ ਦੀ ਸਰਕਾਰ ਅਸਲ 'ਚ ਸਰਪਲਸ ਸਟੇਟ ਹੈ ਜੀ। ਜੇ ਮੇਰੇ ਬੈਂਕ 'ਚ, ਜੇ ਮੇਰੇ ਖਾਤੇ 'ਚ 50 ਲੱਖ ਪਏ ਹੁਣ ਗਗਨ ਜੀ, ਮੈਂ ਬਣ ਜੂ ਦਾਨੀ। ਮੈਂ ਦਾਨ ਉਦੋਂ ਹੀ ਕਰੂੰਗਾ ਨਾ ਜਦੋਂ ਮੇਰੇ ਖਾਤੇ 'ਚ 50 ਲੱਖ ਪਏ ਨੇ ਜੀ। ਹੁਣ ਇਹ ਕਹਿੰਦੇ ਜੇ ਅਸੀਂ ਪੰਜਾਬ 'ਚ ਆ ਗਏ ਅਸੀਂ ਉਹੀ ਕੁਝ ਕਰ ਦਿਆਂਗੇ। ਦਿੱਲੀ ਦਾ ਖਾਤਾ ਭਰਿਆ ਹੋਇਆ ਪੈਸਿਆਂ ਨਾਲ, ਦਿੱਲੀ ਦੇ ਸਰਕਾਰੀ ਖਾਤੇ 'ਚ ਫੰਡ ਹੈ। ਦਿੱਲੀ ਪੈਸੇ ਦੇ ਮਾਮਲੇ 'ਚ ਸਰਪਲਸ ਸਟੇਟ ਹੈ। ਪੰਜਾਬ ਸਰਕਾਰੀ ਖਾਤੇ ਦੇ ਮਾਮਲੇ ਦੇ ਵਿੱਚ ਕਰਜ਼ੇ ਵਾਲੀ ਸਟੇਟ ਹੈ। ਸਾਡੇ ਤੇ ਤਾਂ 80,000 ਕਰੋੜ ਕੱਲਾ ਖੇਤੀਬਾੜੀ ਦਾ ਹੀ ਕਰਜ਼ਾ, ਬਾਕੀ ਅਲੱਗ ਹੈ। ਦਿੱਲੀ ਦੇ ਸਿਰ ਤੇ ਦਿੱਲੀ ਸਰਪਲਸ ਸਟੇਟ ਹੈ। ਉਹ ਤਾਂ ਸਹੂਲਤਾਂ ਦੇ ਰਹੇ ਆ ਜੇ ਕੈਪਟਨ ਅਮਰਿੰਦਰ ਕੋਲੇ 1.5 ਲੱਖ ਕਰੋੜ ਫਾਲਤੂ ਪਿਆ ਹੋਵੇ ਪੰਜਾਬ ਦੇ ਖਜ਼ਾਨੇ 'ਚ ਜੀ, ਇਹ ਵੀ ਮੁਫਤ ਬਿਜਲੀ ਦੇ ਦੇ। ਚਲੋ ਕਿਸਾਨਾਂ ਨੂੰ ਤਾਂ ਸਾਡੇ ਹਜੇ ਵੀ ਅਸੀਂ ਦੇਈ ਜਾਂਦੇ ਹਾਂ। ਬਿਲਕੁਲ। ਸੋ ਸਹੂਲਤਾਂ ਕਿਸੇ ਵੀ ਸੂਬੇ ਦੇ ਮੁੱਖ ਮੰਤਰੀ ਦੀ ਜੇਬ 'ਚ ਜਾਂ ਉਹਦੀ ਸਰਕਾਰ ਦੀ ਤਾਕਤ ਦੇ ਹਿਸਾਬ ਨਾਲ ਹੁੰਦੀਆਂ ਨੇ, ਉਹਦੀ ਜੇਬ ਦੇ ਹਿਸਾਬ ਨਾਲ ਨਹੀਂ ਹੁੰਦੀਆਂ ਜੀ। ਸਰਕਾਰ ਦੀ ਜੇਬ ਦੇ ਹਿਸਾਬ ਨਾਲ ਹੁੰਦੀਆਂ। ਹਾਂ, ਸਿੱਖਿਆ 'ਚ ਚੰਗਾ ਕੰਮ ਕੀਤਾ ਕਿਉਂਕਿ ਪੈਸਾ ਹੈਗਾ ਉਹਨਾਂ ਕੋਲੇ। ਹੁਣ ਯੂਪੀ ਦੇ ਮੁੱਖ ਮੰਤਰੀ ਨੂੰ ਬਹਿਸ ਕਰਨੀ ਚਾਹੀਦੀ ਹੈ ਮਨੀਸ਼ ਸਿਸੋਦੀਆ ਨੂੰ ਆ ਕੇ ਜੀ, ਯੂਪੀ ਦੇ ਸਿੱਖਿਆ ਮੰਤਰੀ ਨੂੰ ਜੀ, ਕਿਉਂਕਿ ਯੂਪੀ ਦੇ ਸਿੱਖਿਆ ਮੰਤਰੀ ਵੀ ਵੱਡੀਆਂ ਗੱਲਾਂ ਕਰਦੇ ਨੇ ਵੀ ਅਸੀਂ ਯੂਪੀ 'ਚ ਆਹ ਕਰਤਾ। ਮਨੀਸ਼ ਸਿਸੋਦੀਆ ਵੀ ਕਹਿੰਦਾ ਵੀ ਅਸੀਂ ਦਿੱਲੀ ਦੇ ਸਕੂਲ ਵਿਕਸਿਤ ਕਰਤੇ। ਸੋ ਬਹਿਸ ਕਰਨੀ ਚਾਹੀਦੀ ਹੈ ਹੁਣ ਯੂਪੀ ਵਾਲੇ ਸਿੱਖਿਆ ਮੰਤਰੀ ਨੂੰ, ਸਾਹਮਣੇ ਆਉਣਾ ਚਾਹੀਦਾ। ਸੋ ਦੋਨਾਂ ਦੇ ਮੁਕਾਬਲਾ ਹੋ ਜੇ ਸਿੱਧਾ ਤੇ ਲੋਕਾਂ ਨੂੰ ਪਤਾ ਲੱਗ ਜੂ ਭਾਈ ਕਿਹਨੇ ਕੀ ਕੀਤਾ। ਬਿਲਕੁਲ। ਸੋ ਇਹ ਸਨ ਖਾਸ ਖਬਰਾਂ ਜਿਨ੍ਹਾਂ ਦੇ ਉੱਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਹੈ ਤੇ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਵਾਂਗੇ ਨਵੀਆਂ ਤਾਜ਼ੀਆਂ ਅਪਡੇਟਸ ਲੈ ਕੇ। ਸੋ ਨਾਲ ਹੀ ਆਸ ਉਮੀਦ ਦੇ ਨਾਲ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਕਿ ਸਾਡੇ ਕਿਸਾਨਾਂ ਦਾ ਮਸਲਾ ਜਲਦ ਹੱਲ ਹੋਵੇ ਤੇ ਉਹ ਘਰਾਂ ਨੂੰ ਵਾਪਸ ਪਰਤਣ। ਠੰਡ ਦੇ ਮੱਦੇਨਜ਼ਰ ਜਿਹੜੀਆਂ ਜ਼ਰੂਰੀ ਵਸਤਾਂ ਨੇ ਉਹਨਾਂ ਤੱਕ ਪਹੁੰਚਦੀਆਂ ਰਹਿਣ ਤਾਂ ਜੋ ਅੰਦੋਲਨ ਕਰਦੇ ਕਿਸਾਨਾਂ ਦੀ ਸਿਹਤ ਦੇ ਵੱਲ ਵੀ ਥੋੜ੍ਹਾ ਬਹੁਤ ਜਿਹੜਾ ਧਿਆਨ ਕੀਤਾ ਜਾਵੇ। ਡੱਲਾ ਸਾਹਿਬ ਬਹੁਤ ਧੰਨਵਾਦ। ਬਹੁਤ ਧੰਨਵਾਦ।